ਸ੍ਰੀ ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਬੰਦਨ ਪਾਦ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਬਿਘਨਨ ਹਰ ਗੋਬਿੰਦ ਸ਼ੁਭ ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ ਨਾਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦਾ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਜੇ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਤੋਰ ਕਨ ਕੀ ਗਨ ਬਾਹਾਨੀ ਸਿਰੰਦ ਕੀਨ ਬਟੋਰ ਚਾਹੇ ਗੁਰੂ ਕੋ ਦੌਰ ਕਰੋ ਥਲ ਟੋਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਬੈਠੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵਡਭਾਗੇ ਸਮੇਂ ਨੂੰ ਪ੍ਰਾਪਤ ਕਰਕੇ ਨਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਆਪਣੇ ਜੀਵਨ ਦੀਆਂ ਘੜੀਆਂ ਸਤਿਗੁਰੂ ਜੀ ਦੇ ਦਰ ਘਰ ਵਿੱਚ ਮਹਾਨ ਸਤਿਕਾਰ ਪ੍ਰਾਪਤ ਕਰਨ ਵਾਲੇ ਮਹਾਨ ਤਤਵੇਤਾ ਮਹਾਂਪੁਰਸ਼ ਸ਼੍ਰੋਮਣੀ ਭਗਤ ਰਵਿਦਾਸ ਜੀ ਮਹਾਰਾਜ, ਅੱਜ ਤਿੰਨਾਂ ਦਾ ਪਾਵਨ ਪਵਿੱਤਰ ਅਵਤਰਨ ਦਿਹਾੜਾ ਹੈ। ਅੱਜ ਦੇ ਦਿਨ ਮਹਾਰਾਜ ਭਗਤ ਰਵਿਦਾਸ ਜੀ ਦਾ ਜਨਮ ਬਨਾਰਸ ਦੀ ਧਰਤੀ ਤੇ ਪਿਤਾ ਭਾਈ ਸੰਤੋਖ ਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਦਿਆਰੀ ਜੀ ਦੇ ਉਦਰ ਤੋਂ ਹੋਇਆ। ਜਨਮ ਤੋਂ ਹੀ ਆਤਮ ਗਿਆਨ ਨੂੰ ਪ੍ਰਾਪਤ ਸਨ ਮਹਾਰਾਜ ਭਗਤ ਰਵਿਦਾਸ ਜੀ।
ਰਾਮਾਨੰਦ ਜੀ ਮਹਾਰਾਜ ਜੀ ਦੀ ਸ਼ਰਨ ਚ ਰਹਿ ਕੇ ਗੁਰਮੰਤਰ ਦੀ ਦਾਤ ਪ੍ਰਾਪਤ ਕੀਤੀ। ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੀ ਭਗਤੀ ਕਰਦਿਆਂ ਕਰਦਿਆਂ ਪ੍ਰਭੂ ਰੂਪ ਹੋ ਗਏ। ਪਰਮੇਸ਼ਵਰ ਵਿੱਚ ਇੱਕ ਬਿਕ ਹੋ ਕੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸੇ ਦੀ ਖੇਡ ਨੂੰ ਪ੍ਰਾਪਤ ਹੋਏ ਔਰ ਸਾਰੇ ਸੰਸਾਰ ਵਿੱਚ ਭਗਤ ਰਵਿਦਾਸ ਦੇ ਨਾਂ ਨਾਲ ਉਜਾਗਰ ਹੋਏ। ਜਿਹੜੇ ਬ੍ਰਾਹਮਣ ਲੋਕ ਕਦੇ ਕਿਸੇ ਸਮੇਂ ਨੀਵਾਂ ਵਰਣ ਦਾ ਕਹਿ ਕਰਕੇ ਆਪਣੇ ਨੇੜਿਓਂ ਝਿਜਕੇਰਦੇ ਸਨ, ਉੱਚੀਆਂ ਕੁੱਲਾਂ ਤੇ ਜਾਤੀਆਂ ਦੇ ਬ੍ਰਾਹਮਣ ਅੱਜ ਮਹਾਰਾਜ ਭਗਤ ਰਵਿਦਾਸ ਜੀ ਦੇ ਚਰਨਾਂ 'ਚ ਆ ਕੇ ਨਮਸਕਾਰਾਂ ਕਰਦੇ ਹਨ। ਉਹਨਾਂ ਦੇ ਵੱਲੋਂ ਕੀਤਾ ਗਿਆ ਸਤਿਕਾਰ ਵੇਖ ਕੇ ਮਹਾਰਾਜ ਭਗਤ ਰਵਿਦਾਸ ਜੀ ਇਹ ਨਹੀਂ ਕਹਿੰਦੇ ਮੇਰਾ ਸਤਿਕਾਰ ਹੈ। ਐਸੀ ਵਿਨਿਮਰਤਾ ਦੇ ਪੁੰਜ ਨੇ ਮਹਾਰਾਜ ਭਗਤ ਰਵਿਦਾਸ ਜੀ ਕਹਿੰਦੇ ਹੇ ਵਾਹਿਗੁਰੂ ਇਹ ਤੇਰੇ ਨਾਮ ਦਾ ਪ੍ਰਤਾਪ ਹੈ। ਤੇਰੇ ਨਾਮ ਦੇ ਪ੍ਰਤਾਪ ਸਦਕਾ ਅੱਜ ਵੱਡੀਆਂ ਉੱਚੀਆਂ ਕੁੱਲਾਂ ਦੇ ਜਾਤੀਆਂ ਦੇ ਬ੍ਰਾਹਮਣ ਆ ਕੇ ਮੈਨੂੰ ਨਮਸਕਾਰਾਂ ਕਰ ਰਹੇ ਨੇ। ਨਿਰੰਕਾਰ ਦੇ ਪ੍ਰੇਮ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਕੇ ਉਸੇ ਦਾ ਰੂਪ ਹੋ ਗਏ ਮਹਾਰਾਜ ਭਗਤ ਰਵਿਦਾਸ ਜੀ। ਫੈਲੀਆਂ ਹੋਈਆਂ ਸਮਾਜ ਕੁਰੀਤੀਆਂ ਜਿਨ੍ਹਾਂ ਵਿੱਚ ਜੋ ਨੀਵੇਂ ਵਰਣ ਦੇ ਲੋਕਾਂ ਨੂੰ ਭੈੜੀ ਦ੍ਰਿਸ਼ਟੀ ਨਾਲ ਵੇਖਿਆ ਜਾਂਦਾ ਸੀ, ਉਹਨਾਂ ਲੋਕਾਂ ਨੂੰ ਮਹਾਰਾਜ ਭਗਤ ਰਵਿਦਾਸ ਜੀ ਨੇ ਆਪਣੀ ਤਰਕ ਨਾਲ ਜਿੱਤਿਆ। ਭਗਤੀ ਦਾ ਪ੍ਰਤਾਪ ਇੰਨਾ ਸੀ ਕਿ ਵੱਡੇ ਵੱਡੇ ਵਿਦਵਾਨ ਪੰਡਿਤ ਵੀ ਭਗਤ ਰਵਿਦਾਸ ਜੀ ਦੇ ਸਨਮੁਖ ਜਦੋਂ ਆਉਂਦੇ ਤਾਂ ਉਹਨਾਂ ਨੂੰ ਆਪਣੇ ਸਵਾਲ ਭੁੱਲ ਜਾਂਦੇ, ਨੂਰਾਨੀ ਚਿਹਰਾ ਵੇਖ ਕੇ ਚਰਨਾਂ ਤੇ ਝੁਕ ਜਾਂਦੇ। ਐਸੇ ਮਹਾਂਪੁਰਸ਼ ਭਗਤ ਰਵਿਦਾਸ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਆਪ ਜੀ ਗੁਰੂ ਚਰਨਾਂ 'ਚ ਹਾਜ਼ਰੀਆਂ ਭਰ ਰਹੇ। ਗੁਰਦੇਵ ਨੇ ਕਿਤਨਾ ਸਤਿਕਾਰ ਦਿੱਤਾ ਪੰਚਮ ਪਾਤਸ਼ਾਹ ਨੇ ਕਿ ਆਪਣੀ ਬਾਣੀ ਦੇ ਨਾਲ ਭਗਤ ਰਵਿਦਾਸ ਜੀ ਦੀ ਬਾਣੀ ਨੂੰ ਦਰਜ ਕਰਕੇ ਆਪਣੇ ਨਾਲ ਬਰਾਬਰ ਦਾ ਰੁਤਬਾ ਦੇ ਕੇ ਸਤਿਕਾਰ ਦਿੱਤਾ। ਸ਼੍ਰੋਮਣੀ ਭਗਤ ਸ਼੍ਰੋਮਣੀ ਸੰਤ ਮਹਾਰਾਜ ਭਗਤ ਰਵਿਦਾਸ ਜੀ ਦੇ ਪਾਵਨ ਪਵਿੱਤਰ ਅਵਤਰਨ ਦਿਹਾੜੇ ਦੀਆਂ ਸਮੂਹ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ। ਵੇਖੋ ਵਾਹਿਗੁਰੂ ਜੀ ਨੇ ਭਗਤ ਰਵਿਦਾਸ ਜੀ ਦੀ ਐਸੀ ਸੋਭਾ ਉਜਾਗਰ ਕੀਤੀ ਕਿ ਚਤੌੜ ਦੀ ਰਾਣੀ ਨੇ ਘਰ ਵਿੱਚ ਭੋਜਨ ਤੇ ਬ੍ਰਾਹਮਣਾਂ ਨੂੰ ਭਗਤ ਰਵਿਦਾਸ ਜੀ ਦੇ ਸਮੇਤ ਸੱਦਿਆ। ਭਗਤ ਜੀ ਵੀ ਗਏ। ਬ੍ਰਾਹਮਣਾਂ ਨੇ ਸ਼ੰਕਾ ਕੀਤਾ ਕਿ ਅਸੀਂ ਇਹ ਜਾਤੀ ਦਾ ਚਮਿਆਰ ਹੈ, ਇਹਨੂੰ ਆਪਣੇ ਬਰਾਬਰ ਬਿਠਾਈਏ ਤੇ ਇਹਦੇ ਨਾਲ ਅਸੀਂ ਭੋਜਨ ਕਿਵੇਂ ਛਕ ਸਕਦੇ ਹਾਂ। ਕਾਫੀ ਵਿਵਾਦ ਵਧਿਆ। ਉਸ ਵਕਤ ਭਗਤ ਰਵਿਦਾਸ ਜੀ ਕਹਿੰਦੇ ਚੰਗਾ ਭਾਈ ਅਸੀਂ ਇੱਥੋਂ ਉੱਠ ਕੇ ਚਲੇ ਜਾਂਦੇ। ਬਾਹਰ ਜਾ ਕੇ ਕਿਨਾਰੇ ਤੇ ਬੈਠ ਗਏ। ਪਰ ਵਾਹਿਗੁਰੂ ਦੀ ਕਲਾ ਜਿਹੜੀ ਭਗਤ ਜੀ ਦੇ ਅੰਦਰ ਪ੍ਰਗਟ ਹੋ ਚੁੱਕੀ ਸੀ ਉਹ ਤਾਂ ਸਰਬ ਥਾਈਂ ਵਿਆਪਕ ਰੂਪ ਪਰਮੇਸ਼ਵਰ ਵਿੱਚ ਮਿਲ ਕੇ ਵਿਆਪਕ ਹੀ ਹੋ ਚੁੱਕੇ ਸਨ। ਜਿੰਨੇ ਵੀ ਬ੍ਰਾਹਮਣ ਬੈਠੇ ਪ੍ਰਸ਼ਾਦਾ ਛਕਣ ਵਾਸਤੇ ਹਰ ਇੱਕ ਨੂੰ ਆਪਣੇ ਨਾਲ ਭਗਤ ਰਵਿਦਾਸ ਜੀ ਬੈਠੇ ਪ੍ਰਤੀਤ ਹੋਏ। ਇੱਕ ਬ੍ਰਾਹਮਣ ਕਹੇ ਰਵਿਦਾਸ ਜੀ ਮੇਰੇ ਨਾਲ ਬੈਠੇ ਨੇ, ਦੂਜਾ ਕਹੇ ਨਹੀਂ ਮੇਰੇ ਨਾਲ ਬੈਠੇ ਨੇ। ਤਾਂ ਉਹਨਾਂ ਦੇ ਮਨ ਦਾ ਜਿਹੜਾ ਜਾਤੀਵਾਦ ਦਾ ਉਹਨਾਂ ਨੂੰ ਮਾਣ ਸੀ, ਹੰਕਾਰ ਸੀ, ਉਹ ਹੰਕਾਰ ਵਾਹਿਗੁਰੂ ਜੀ ਨੇ ਤੋੜਿਆ ਔਰ ਆਪਣੇ ਭਗਤ ਰਵਿਦਾਸ ਜੀ ਦੀ ਜੈ ਜੈਕਾਰ ਸੰਸਾਰ ਵਿੱਚ ਪ੍ਰਗਟ ਕੀਤੀ। ਐਸੇ ਮਹਾਂਪੁਰਸ਼ਾਂ ਦੇ ਪਾਏ ਹੋਏ ਪੂਰਨਿਆਂ ਤੇ ਉਹਨਾਂ ਦੀ ਪਾਵਨ ਬਾਣੀ ਅਨੁਸਾਰ ਆਪਣੇ ਜੀਵਨ ਨੂੰ ਢਾਲਣ ਦਾ ਬਲ, ਬੁੱਧੀ ਔਰ ਪ੍ਰੇਰਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ ਇਹੀ ਗੁਰੂ ਚਰਨਾਂ 'ਚ ਰਜੋਈ ਹੈ। ਲੜੀਵਾਰ ਕਥਾ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਦੇ ਪਵਿੱਤਰ ਇਤਿਹਾਸ ਦੀ ਆਪ ਜੀ ਸਰਵਣ ਕਰ ਰਹੇ ਹੋ।
ਮਾਲਵੇ ਦੇ ਇਲਾਕੇ 'ਚ ਮਹਾਰਾਜ ਦਸਵੇਂ ਪਾਤਸ਼ਾਹ ਜੀ ਵਿਚਰ ਰਹੇ ਹਨ। ਕੁਝ ਨਗਰਾਂ ਨੂੰ ਪਵਿੱਤਰ ਕਰ ਰਹੇ ਨੇ। ਅਨੇਕਾਂ ਜੀਵਾਂ ਦੀ ਕਲਿਆਣ ਕਰਦਿਆਂ ਕੋਟਕਪੂਰੇ ਪਹੁੰਚੇ ਹਨ। ਕੋਟਕਪੂਰੇ ਦੇ ਕਪੂਰੇ ਚੌਧਰੀ ਨੇ ਪਹਿਲਾਂ ਤਾਂ ਆ ਕੇ ਸਤਿਗੁਰਾਂ ਦੀ ਸੇਵਾ ਟਹਿਲ ਕੀਤੀ। ਮੁੜ ਕੇ ਸ਼ੰਕਾਗ੍ਰਸਤ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਤੇ ਤਰਕ ਕੀਤੀ। ਗੁਰਦੇਵ ਨੇ ਕਿਲੇ ਦੀ ਮੰਗ ਕੀਤੀ ਤਾਂ ਇਹਨੇ ਇਨਕਾਰ ਕਰਦਿਆਂ ਕਿਲੇ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ। ਗੁਰਦੇਵ ਨੇ ਸੁਭਾਵਕ ਬਚਨ ਕੀਤਾ, ਜਿਨ੍ਹਾਂ ਤੁਰਕਾਂ ਤੋਂ ਡਰਦਾ ਸਾਡੇ ਤੋਂ ਬਾਗੀ ਹੁੰਨਾ ਹੈ। ਜਿਨ੍ਹਾਂ ਤੁਰਕਾਂ ਦੇ ਬਾਰੇ ਤੂੰ ਕਹਿਣਾ ਜੀ ਮੈਂ ਤੁਰਕਾਂ ਦਾ ਬੰਦਾ ਹਾਂ, ਉਹੀ ਬੰਨ ਕੇ ਤੈਨੂੰ ਫਾਹੇ ਚਾੜਨਗੇ ਖੇ ਦਾ ਤੋਬਰਾ ਦੇ ਕੇ ਮੂੰਹ ਤੇ। ਸਤਿਗੁਰੂ ਜੀ ਕੋਟਕਪੂਰੇ ਤੋਂ ਅੱਗੇ ਚੱਲੇ ਹਨ। ਆਓ ਮਨ ਵਿਰਤੀਆਂ ਇਕਾਗਰ ਕਰਕੇ ਸਾਹਿਬੇ ਕਮਾਲ ਗੁਰੂ ਕਲਗੀਧਰ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰੀਏ। ਗੁਰਦੇਵ ਦੇ ਪਾਵਨ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਓ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤੁਰਕਨ ਕੀ ਗਨ ਬਹਾਨੀ, ਸਿਰੰਦ ਕੀਨ ਬਟੋਰ। ਇਧਰ ਵਜੀਦੇ ਪਾਪੀ ਨੇ ਤੁਰਕਾਂ ਦੀ ਬਹੁਤ ਸਾਰੀ ਵੱਡੀ ਫੌਜ ਸਰਹੰਦ ਸ਼ਹਿਰ ਦੇ ਵਿੱਚ ਇਕੱਠੀ ਕੀਤੀ ਸਤਿਗੁਰੂ ਜੀ ਤੇ ਹਮਲਾ ਕਰਨ ਵਾਸਤੇ। ਕੁਝ ਆਪਣੀਆਂ ਫੌਜਾਂ ਸਨ ਇਹਦੀਆਂ, ਕੁਝ ਫੌਜਾਂ ਇਹਨੇ ਆਲੇ ਦੁਆਲਿਓਂ ਮੰਗ ਕੇ ਲਿਆਂਦੀਆਂ ਨੇ। ਬਹੁਤ ਵੱਡੀ ਫੌਜ ਸੂਬੇ ਸਰਹੰਦ ਨੇ ਸਰਹੰਦ ਵਿੱਚ ਇਕੱਠੀ ਕੀਤੀ। ਚਾਹੇ ਗੁਰੂ ਕੋ ਪਕੜਨੇ, ਦੌਰ ਕਰੋ ਥਲ ਟੋਰ। ਸਤਿਗੁਰੂ ਜੀ ਨੂੰ ਪਕੜਨਾ ਚਾਹੁੰਦਾ ਵਜੀਦਾ ਪਾਪੀ ਕਿ ਜਿੱਥੇ ਹਨ ਉੱਥੇ ਦੌੜ ਕੇ ਭੱਜ ਕੇ ਜਾਵਾਂ ਤੇ ਲੱਭ ਕੇ ਟੋਲ ਕੇ ਮੈਂ ਗੁਰੂ ਜੀ ਨੂੰ ਪਕੜ ਲਵਾਂ। ਏਦਾਂ ਦੀ ਬਿਰਤੀ ਵਜੀਦੇ ਦੇ ਅੰਦਰ ਬਣੀ ਹੋਈ ਹੈ ਔਰ ਬਹੁਤ ਵੱਡੀ ਫੌਜ ਇਹਨੇ ਸਰਹੰਦ ਸ਼ਹਿਰ ਵਿੱਚ ਇਕੱਠੀ ਕੀਤੀ ਹੈ। ਚੌਪਈ ਸੁਧ ਪਹੁੰਚੀ ਦੀਨੇ ਕੇ ਗ੍ਰਾਮੋ। ਇਹਨੂੰ ਖਬਰ ਮਿਲੀ ਸਰਹੰਦ ਸ਼ਹਿਰ ਦੇ ਵਿੱਚ, ਇਹਦੇ ਜਸੂਸਾਂ ਨੇ ਦੂਤਾਂ ਨੇ ਆ ਕੇ ਖਬਰ ਦਿੱਤੀ, ਮੁਖਬਰਾਂ ਨੇ। ਕਹਿਣ ਲੱਗੇ ਜੀ ਸੂਬਾ ਸਰਹੰਦ ਜੀ ਗੁਰੂ ਜੀ ਇਸ ਵੇਲੇ ਦੀਨੇ ਹਨ। ਦੀਨੇ ਨਗਰ ਵਿੱਚ ਸਤਿਗੁਰਾਂ ਦੇ ਹੋਣ ਦੀ ਖਬਰ ਇਹਦੇ ਕੋਲ ਪਹੁੰਚੀ। ਕੀਤਕ ਦਿਨ ਬਸ ਕਰ ਤਿੰਨ ਧਾਮੋ। ਪਤਾ ਲੱਗਾ ਕਿ ਦੀਨੇ ਨਗਰ ਵਿੱਚ ਕੁਝ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੋਂ ਦੇ ਜਿਹੜੇ ਚੌਧਰੀ ਹਨ ਸ਼ਮੀਰ ਜੀ ਹੋਣੀ, ਉਹਨਾਂ ਦੇ ਘਰ ਦੇ ਵਿੱਚ ਵਸ ਕੇ ਰਹਿ ਕੇ ਗਏ ਹਨ। ਤੈਂ ਤੇ ਗਮਨ ਅਗਾਰੀ ਗਏ। ਦੀਨੇ ਨਗਰ ਵਿੱਚ ਕੁਝ ਦਿਨ ਰਹਿ ਕੇ ਸਤਿਗੁਰੂ ਜੀ ਉੱਥੋਂ ਹੁਣ ਅੱਗੇ ਨੂੰ ਚਲੇ ਗਏ ਨੇ, ਅੱਗੇ ਨੂੰ ਕੂਚ ਕਰ ਗਏ ਹਨ। ਕੀਤਕ ਚਮੂ ਸੰਗ ਮੈਂ ਲਏ। ਉਹਨਾਂ ਦੇ ਨਾਲ ਕੁਝ ਕੁ ਫੌਜਾਂ ਵੀ ਨੇ, ਕੁਝ ਕੁ ਸਿਪਾਹੀ ਹਨ ਜਿਹੜੇ ਕਲਗੀਧਰ ਜੀ ਦੇ ਨਾਲ ਗਏ ਨੇ। ਸੁਨਤ ਵਜੀਦਾ ਮੂਰਖ ਮਾਨੀ। ਵਜੀਦੇ ਮੂਰਖ ਨੇ ਜੋ ਬੜਾ ਮਾਨੀ ਹੰਕਾਰੀ ਹੈ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਾਬਤ ਇਹ ਖਬਰ ਇਹਨੇ ਸੁਣੀ, ਪਟੇ ਦੂਤ ਕੇ ਚਿਤ ਅਗਵਾਨੀ। ਇਹਨੇ ਉਸੇ ਵਕਤ ਆਪਣੇ ਕੁਝ ਦੂਤ ਅੱਗੇ ਭੇਜੇ ਖਬਰ ਲੈਣ ਵਾਸਤੇ। ਟਿਕੇ ਗ੍ਰਾਮ ਜਿਸ ਦੇਉ ਸੁਧ ਆਈ। ਦੂਤਾਂ ਨੂੰ ਇਹ ਕਹਿ ਕੇ ਭੇਜਿਆ ਕਿ ਜਾ ਕੇ ਖਬਰ ਲਓ, ਪਤਾ ਕਰੋ ਕਿ ਗੁਰੂ ਜੀ ਇਸ ਵੇਲੇ ਕਿਹੜੇ ਨਗਰ 'ਚ ਟਿਕੇ ਹੋਏ ਨੇ, ਕਿਹੜੇ ਪਿੰਡ ਦੇ ਵਿੱਚ ਟਿਕੇ ਹੋਏ ਨੇ, ਉਹ ਸਾਰੀ ਖਬਰ ਆ ਕੇ ਮੈਨੂੰ ਦਿਓ। ਦੌਰ ਕਰੇ ਤੈਂ ਦਲ ਸਮੁਦਾਈ। ਔਰ ਮੇਰਾ ਜਿੰਨਾ ਦਲ ਹੈ, ਮੇਰੀਆਂ ਜਿੰਨੀਆਂ ਫੌਜਾਂ ਨੇ ਉਸੇ ਜਗ੍ਹਾ ਤੇ ਜਾ ਕੇ ਧਾਵਾ ਕਰਨਗੀਆਂ, ਹਮਲਾ ਕਰਨਗੀਆਂ ਜਿੱਥੇ ਗੁਰੂ ਜੀ ਦੀ ਖਬਰ ਤੁਸੀਂ ਲੈ ਕੇ ਆਓਗੇ ਕਿ ਫਲਾਣੇ ਨਗਰ ਵਿੱਚ ਨੇ। ਉਸੇ ਨਗਰ ਤੇ ਮੇਰੀਆਂ ਫੌਜਾਂ ਹਮਲਾ ਕਰਕੇ ਜਾਣਗੀਆਂ। ਜਾਹੇ ਅਚਾਨਕ ਗੈ ਕਰ ਲਿਆਵੇ। ਔਰ ਅਕਸ਼ ਮਾਤਰ ਅਚਾਨਕ ਜਾ ਕੇ ਗੁਰੂ ਜੀ ਨੂੰ ਪਕੜ ਕੇ ਉਹ ਲੈ ਕੇ ਆਉਣਗੇ ਮੇਰੇ ਕੋਲ ਤੇ ਮੈਂ ਆਪ ਖੁਦ ਆਵਾਂਗਾ ਨਾਲ। ਜੀਵਤ ਹਜ਼ਰਤ ਨਿਕਟ ਪਠਾਵੇ। ਯਤਨ ਕਰਾਂਗੇ ਕਿ ਗੁਰੂ ਜੀ ਨੂੰ ਜੰਗ ਦੇ ਮੈਦਾਨ ਵਿੱਚ ਜਿਉਂਦਾ ਪਕੜ ਕੇ ਲਿਆਵਾਂਗੇ ਔਰ ਜਿਉਂਦਾ ਗ੍ਰਿਫਤਾਰ ਕਰਕੇ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਪੇਸ਼ ਕਰਾਂਗੇ।
ਬਾਦਸ਼ਾਹ ਕੋਲ ਜਾ ਕੇ ਹਾਜ਼ਰ ਕਰਾਂਗੇ। ਹੋਏ ਪ੍ਰਸੰਨ ਦਰਬ ਬੋਧੇ ਹੈ। ਜਦੋਂ ਗੁਰੂ ਜੀ ਨੂੰ ਗ੍ਰਿਫਤਾਰ ਕਰਕੇ ਬਾਦਸ਼ਾਹ ਕੋਲ ਲੈ ਕੇ ਜਾਵਾਂਗੇ ਤਾਂ ਬਾਦਸ਼ਾਹ ਸਾਡੇ ਤੇ ਬੜਾ ਪ੍ਰਸੰਨ ਹੋਵੇਗਾ। ਪ੍ਰਸੰਨ ਹੋ ਕੇ ਸਾਨੂੰ ਖੁੱਲੀ ਮਾਇਆ ਦੇਵੇਗਾ, ਮਾਣ ਤੇ ਮਰਤਬੇ ਦੇਵੇਗਾ। ਸ਼ਾਹ ਮਨੋਰਥ ਪੂਰਨ ਹੋਏ ਹੈ। ਔਰ ਬਾਦਸ਼ਾਹ ਦੇ ਮਨ ਦਾ ਵੀ ਮਨੋਰਥ ਹੈ, ਉਹ ਗੁਰੂ ਜੀ ਨੂੰ ਪਕੜ ਕੇ ਆਪਣੇ ਕੋਲ ਬੁਲਾਉਣਾ ਚਾਹੁੰਦਾ ਹੈ। ਉਹਦੇ ਮਨ ਦਾ ਮਨੋਰਥ ਵੀ, ਬਾਦਸ਼ਾਹ ਦੇ ਮਨ ਦੀ ਵੀ ਰੀਝ ਪੂਰੀ ਹੋ ਜਾਏਗੀ। ਇਤਿਆਦਿਕ ਵਿਚਾਰ ਕਰ ਪਾਇਓ। ਇਹਦਾ ਵਜੀਦਾ ਬੜਾ ਕਾਲਾ ਹੈ। ਦਰਅਸਲ ਵਜੀਦੇ ਨੂੰ ਆਪਣੇ ਕੀਤੇ ਪਾਪ ਦਾ ਬੜਾ ਡਰ ਹੈ। ਪਾਪ ਜੋ ਇਹਨੇ 7 ਸਾਲ ਤੇ 9 ਸਾਲ ਦੇ ਸਤਿਗੁਰਾਂ ਦੇ ਸਾਹਿਬਜ਼ਾਦੇ ਸ਼ਹੀਦ ਕੀਤੇ ਨੇ, ਇਹ ਬੜਾ ਵੱਡਾ ਪਾਪ ਸੀ ਇਹਨੇ ਜੋ ਕੀਤਾ ਹੈ, ਬੜਾ ਵੱਡਾ ਅਪਰਾਧ ਸੀ। ਇਹਨੂੰ ਇਹ ਡਰ ਸੀ ਕਿ ਜੇ ਕਿਤੇ ਗੁਰੂ ਜੀ ਆਪਣੇ ਮਕਸਦ ਵਿੱਚ ਕਾਮਯਾਬ ਹੋ ਗਏ, ਜੇ ਕਿਤੇ ਤਖਤਾ ਬਦਲਿਆ ਤੇ ਐਸਾ ਨਾ ਹੋਵੇ ਕਿ ਗੁਰੂ ਜੀ ਆ ਕੇ ਮੈਨੂੰ ਦੰਡ ਦੇਣ ਤੇ ਗ੍ਰਿਫਤਾਰ ਕਰ ਲੈਣ, ਕਿਉਂਕਿ ਮੈਂ ਪਾਪ ਬੜਾ ਵੱਡਾ ਕੀਤਾ, ਗੁਨਾਹ ਬੜਾ ਵੱਡਾ ਕੀਤਾ। ਇਹਨੂੰ ਸਤਿਗੁਰਾਂ ਦਾ ਇਹ ਭੈ ਸਤਾਉਂਦਾ ਸੀ ਕਿਤੇ ਮੈਨੂੰ ਕੋਈ ਦੰਡ ਨਾ ਮਿਲੇ ਜੇ ਗੁਰੂ ਜੀ ਕਾਮਯਾਬ ਹੋ ਗਏ। ਇਸ ਕਰਕੇ ਬਾਰ-ਬਾਰ ਯਤਨ ਕਰ ਰਿਹਾ ਕਿ ਗੁਰੂ ਸਾਹਿਬ ਜੀ ਨੂੰ ਕਿਸੇ ਤਰੀਕੇ ਨਾਲ ਪਕੜ ਲਵੇ ਜਾਂ ਮਾਰ ਦੇਵੇ। ਇਦਾਂ ਦੇ ਯਤਨ ਜਿਹੜਾ ਉਹ ਸੂਬਾ ਸਰਹੰਦ ਕਰ ਰਿਹਾ ਹੈ। ਲਸ਼ਕਰ ਕਈ ਹਜ਼ਾਰ ਪਠਾਇਓ। ਹਜ਼ਾਰਾਂ ਦੀ ਗਿਣਤੀ ਵਿੱਚ ਬੜਾ ਵੱਡਾ ਲਸ਼ਕਰ ਜਿਹੜਾ ਹੈ ਇਹਨੇ ਆਪਣੇ ਕੋਲ ਇਕੱਠਾ ਕੀਤਾ, ਸਤਿਗੁਰਾਂ ਵੱਲ ਭੇਜਿਆ। ਦਾਵਤ ਕਾਵਤ ਤੁਰਕ ਵਿਚਾਰੇ। ਪੂਰੇ ਦਾ ਤੱਕਦੇ ਨੇ ਵੀ ਕਦੋਂ ਸਾਨੂੰ ਦਾ ਮਿਲੇ ਤੇ ਅਸੀਂ ਜਾ ਕੇ ਗੁਰੂ ਜੀ ਤੇ ਹਮਲਾ ਕਰੀਏ ਤੇ ਆਪਣਾ ਮਨਸੂਬਾ ਕਾਮਯਾਬ ਕਰੀਏ। ਪਕੜਿਓ ਜਾਏ ਘਾਤ ਨਿਰਤਾਰੇ। ਇਦਾਂ ਦੀ ਘਾਤ ਵੇਖਦੇ ਨੇ, ਇਦਾਂ ਦਾ ਦਾਉ ਤੱਕਦੇ ਨੇ ਕਿ ਜਿਹੜੇ ਦਾਉ ਨਾਲ ਸਤਿਗੁਰੂ ਜੀ ਨੂੰ ਇਹ ਜਿਉਂਦਿਆਂ ਨੂੰ ਪਕੜ ਸਕਣ। ਸਤਿਗੁਰੂ ਜੀ ਨੂੰ ਪਕੜਨਾ ਚਾਹੁੰਦੇ ਨੇ, ਜਿਵੇਂ ਕਿਸੇ ਟਟਹਿਣੇ ਨੇ ਗੁੱਸਾ ਕੀਤਾ ਹੋਵੇ ਵੀ ਮੈਂ ਜਾ ਕੇ ਸੂਰਜ ਨੂੰ ਖਾ ਲੈਣਾ ਤੇ ਉਹਨੂੰ ਪਕੜ ਲੈਣਾ। ਕਿੱਥੇ ਟਟਹਿਣਾ ਤੇ ਕਿੱਥੇ ਸੂਰਜ, ਉਹੀ ਬਿਰਤੀ ਵਜੀਦੇ ਦੀ ਹੈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪਕੜਨ ਦੀ ਬਿਰਤੀ ਰੱਖਦਾ ਕਿ ਉਹਨਾਂ ਨੂੰ ਗ੍ਰਿਫਤਾਰ ਕਰਨਾ ਹੈ। ਕੋਪ ਕਪੂਰੇ ਪਰ ਕਰ ਤਬੇ। ਪਰ ਵਜੀਦੇ ਦਾ ਇਹ ਮਨ ਦਾ ਇਹ ਮਨਸੂਬਾ ਇਹਦੇ ਮਨ 'ਚ ਹੀ ਰਹਿ ਜਾਣਾ, ਇਹ ਕਦੇ ਵੀ ਪੂਰਾ ਨਹੀਂ ਹੋਣਾ। ਇਧਰ ਕਲਗੀਧਰ ਜੀ ਦੀ ਕਥਾ ਸੁਣੋ। ਜਦੋਂ ਕਪੂਰੇ ਚੌਧਰੀ ਤੇ ਸਤਿਗੁਰੂ ਜੀ ਨਾਰਾਜ਼ ਹੋਏ ਔਰ ਕੋਟਕਪੂਰਿਓਂ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਅੱਗੇ ਨੂੰ ਵਧੇ ਚੱਲੇ। ਡੇਰਾ ਕੂਚ ਚੜੇ ਸਿੱਖ ਤਬੇ। ਕੋਟਕਪੂਰੇ ਤੋਂ ਸਤਿਗੁਰੂ ਜੀ ਨੇ ਕੂਚ ਕੀਤਾ। ਮਹਾਰਾਜ ਜੀ ਦੇ ਨਾਲ ਸਤਿਗੁਰਾਂ ਦੇ ਜਿੰਨਾ ਡੇਰਾ ਸੀ, ਫੌਜਾਂ ਸਨ, ਸਿੱਖ ਸਨ, ਉਹ ਵੀ ਸਤਿਗੁਰੂ ਜੀ ਦੇ ਨਾਲ ਚੱਲੇ। ਸਹਿਜ ਸੁਭਾਇਕ ਹਿਆ ਆਰੂੜੇ। ਸਹਿਜ ਸੁਭਾਏ ਸੁਤੇ ਸਿੱਧ ਘੋੜਿਆਂ ਤੇ ਸਾਰੀਆਂ ਫੌਜਾਂ ਸਵਾਰ ਹੋਈਆਂ। ਖੇਲਤ ਅਖੇਰ ਚਲਤ ਗੁਣ ਗੂੜੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸ਼ਿਕਾਰ ਖੇਡਦਿਆਂ ਜਾ ਰਹੇ ਨੇ। ਮਹਾਰਾਜ ਜੀ ਦੇ ਨਾਲ ਜਿਹੜੇ ਸਤਿਗੁਰਾਂ ਦੇ ਸ਼ਸਤਰ ਧਾਰੀ ਸਿਪਾਹੀ ਸੂਰਮੇ ਨੇ, ਉਹ ਵੀ ਸਾਰੇ ਸ਼ਿਕਾਰ ਖੇਡਦਿਆਂ ਜਾ ਰਹੇ ਹਨ। ਢਿਲਵਾ ਗ੍ਰਾਮ ਕੋਸ ਦੋਏ ਤੀਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਚਲਦਿਆਂ ਚਲਦਿਆਂ ਢਿਲਵੀ ਨਗਰ ਆਉਂਦਾ, ਢਿਲਵਾ ਵੀ ਕਹਿੰਦੇ ਆ। ਢਿਲਵੀ ਨਗਰ ਤੋਂ ਮਹਾਰਾਜ 2-3 ਕੋ ਉਰਲੇ ਪਾਸੇ ਪਹੁੰਚੇ ਹਨ, ਜਿੱਥੋਂ ਅੱਗੇ ਢਿਲਵੀ ਨਗਰ 2-3 ਕੋਹ ਦੀ ਵਿੱਥ ਉੱਤੇ ਹੈ। ਜਾਏ ਪਹੁੰਚੇ ਗੁਰੂ ਪ੍ਰਬੀਨ। ਸਤਿਗੁਰੂ ਸੱਚੇ ਪਾਤਸ਼ਾਹ ਜੋ ਸਾਰਿਆਂ ਦੇ ਦਿਲਾਂ ਦੀਆਂ ਬੁੱਝਣ ਵਾਲੇ ਜਾਣੀ ਜਾਣ ਅੰਤਰਯਾਮੀ ਹਨ, ਗੁਰਦੇਵ ਜੀ ਢਿਲਵੀ ਨਗਰ ਦੇ ਨੇੜੇ ਆਏ ਹਨ। ਸੋਢੀ ਬੰਸ ਪ੍ਰਿਥੀਏ ਕੇਰਾ। ਇੱਥੇ ਸੋਢੀਆਂ ਦੀ ਜਿਹੜੀ ਬੰਸ ਹੈ ਬਾਬੇ ਪ੍ਰਿਥੀ ਚੰਦ ਦੀ ਉਹ ਰਹਿੰਦੀ ਹੈ। ਬਾਬੇ ਪ੍ਰਿਥੀ ਚੰਦ ਦੀ ਜਿਹੜੀ ਅੰਸ਼ ਬੰਸ ਸੀ, ਬਾਬੇ ਮਿਹਰਬਾਨ ਤੋਂ ਅੱਗੇ ਸੋਢੀ ਹਰਜੀ ਵਰਗੇ, ਉਹ ਸਾਰੇ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਮੰਤਰ ਰਹੇ ਨੇ। ਉਹਨਾਂ ਦਾ ਪਹਿਲਾਂ ਕਬਜ਼ਾ ਸ੍ਰੀ ਦਰਬਾਰ ਸਾਹਿਬ ਤੇ ਰਿਹਾ ਹੈ। ਜਦੋਂ 9ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਗਏ ਨੇ, ਉਦੋਂ ਇਹਨਾਂ ਮਸੰਦਾਂ ਦਾ, ਮੀਣਿਆਂ ਦਾ ਹੀ ਕਬਜ਼ਾ ਸੀ ਦਰਬਾਰ ਸਾਹਿਬ ਤੇ। ਤਦ ਇਹਨਾਂ ਨੇ 9ਵੇਂ ਪਾਤਸ਼ਾਹ ਜੀ ਨੂੰ ਦਰਸ਼ਨ ਨਹੀਂ ਸਨ ਕਰਨ ਦਿੱਤੇ। ਬਾਅਦ ਵਿੱਚ ਜਿਸ ਵਕਤ ਇਹਨਾਂ ਦੀਆਂ ਕੁਰੀਤੀਆਂ ਵਧੀਆਂ ਤੋਂ ਕਲਗੀਆਂ ਵਾਲੇ ਚੋਜੀ ਪ੍ਰੀਤਮ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸੰਗਤ ਦੀ ਮੰਗ ਪੁਰ
ਆਪਣੇ ਦਰ ਘਰ ਦੇ ਮਹਾਨ ਗੁਰਸਿੱਖ ਜਿਨ੍ਹਾਂ ਨੇ ਆਪਣਾ ਬੰਦ ਕਟਾਇਆ, ਐਸੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਦੀ ਸੇਵਾ ਦੇ ਕਰਕੇ ਭੇਜਿਆ ਕਿ ਤੁਸੀਂ ਜਾ ਕੇ ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ ਬਹਾਲ ਕਰੋ ਔਰ ਦਰਬਾਰ ਸਾਹਿਬ ਦਾ ਪ੍ਰਬੰਧ ਭਾਈ ਮਨੀ ਸਿੰਘ ਜੀ ਦੀ ਜ਼ਿੰਮੇਵਾਰੀ ਲਾਈ। ਤੋ ਉਸ ਤੋਂ ਬਾਅਦ ਫਿਰ ਇਹ ਜਿਹੜੇ ਸੋਢੀ ਸਨ ਬਾਬੇ ਪ੍ਰਿਥੀ ਚੰਦ ਦੀ ਅੰਸ਼ ਵਾਲੇ ਮੀਣੇ, ਇਹ ਜ਼ਿਆਦਾ ਇੱਧਰ ਕੋਠੇ ਤੇ ਇੱਧਰ ਢਿਲਵੀ ਪਿੰਡਾਂ ਵਿੱਚ ਇਹਨਾਂ ਵਿੱਚ ਆ ਕੇ ਰਹਿਣ ਲੱਗ ਪਏ। ਇਹ ਪੁਰਾਣੇ ਪਿੰਡ ਸਨ ਜਿਹੜੇ ਬਾਬੇ ਪ੍ਰਿਥੀ ਚੰਦ ਜੀ ਨੂੰ ਦਿੱਲੀ ਦੇ ਬਾਦਸ਼ਾਹ ਜਹਾਂਗੀਰ ਵੱਲੋਂ ਪ੍ਰਾਪਤ ਹੋਏ ਸਨ। ਤੋ ਜਿਸ ਵਕਤ ਕਲਗੀਧਰ ਪਾਤਸ਼ਾਹ ਮਾਲਵੇ ਗਏ, ਢਿਲਵੀ ਆਏ, ਇਸ ਢਿਲਵੀ ਨਗਰ ਦੇ ਵਿੱਚ ਬਾਬੇ ਪ੍ਰਿਥੀ ਚੰਦ ਜੀ ਦੀ ਜਿਹੜੀ ਅੰਸ਼ ਵੰਸ਼ ਹੈ ਸੋਢੀ ਉਹ ਰਹਿੰਦੇ ਹਨ। ਬਸੇ ਤਹਾਂ ਬਾਸਾ ਬੋ ਤੇਰਾ, ਉਹਨਾਂ ਸੋਢੀਆਂ ਦਾ ਇੱਥੇ ਵਾਸਾ ਹੈ, ਉਹ ਇੱਥੇ ਨਿਵਾਸ ਕਰਦੇ ਹਨ। ਨਾਮ ਕੋਲ ਅਜ਼ਮਤ ਜੁਤ ਹੋਏ, ਇਹ ਜਿਹੜੇ ਇੱਥੇ ਮਹਾਪੁਰਸ਼ ਰਹਿੰਦੇ ਆ ਇਹਨਾਂ ਦਾ ਨਾਮ ਹੈ ਸੋਢੀ ਕੌਲ ਜੀ। ਇਹ ਚੰਗੇ ਕਰਾਮਾਤੀ ਪੁਰਸ਼ ਸਨ, ਗੁਰੂ ਕੀ ਅੰਸ਼ ਵੰਸ਼ ਵਿੱਚੋਂ ਹਨ। ਭਾਵੇਂ ਕਿ ਬਾਬੇ ਪ੍ਰਿਥੀ ਚੰਦ ਦੀ ਅੱਗੇ ਅੰਸ਼ ਵੰਸ਼ ਹੈ, ਪਰ ਇਹ ਚੰਗੀ ਬੰਦਗੀ ਵਾਲੀ ਰੂਹ ਸਨ ਸੋਢੀ ਕੌਲ ਜੀ। ਚਾਰ ਪੁੱਤਰ ਤਿਸ ਕੇ ਗ੍ਰਹਿ ਹੋਏ, ਸੋਢੀ ਕੌਲ ਜੀ ਦੇ ਅੱਗੇ 4 ਪੁੱਤਰ ਸਨ। ਸਤਾਨੰਦ ਹਰਨੰਦ ਸੁਚਾਲੀ, ਇੱਕ ਦਾ ਨਾਮ ਸੀ ਭਾਈ ਸਤਾਨੰਦ ਜੀ, ਸੋਢੀ ਸਤਾਨੰਦ ਜੀ, ਤੇ ਦੂਸਰੇ ਦਾ ਨਾਮ ਸੀ ਸੋਢੀ ਹਰੀ ਨੰਦ ਜੀ। ਪੁਨ ਅਮਰੀਕ ਰਾਏ ਬਨਵਾਲੀ, ਤੇ ਤੀਜੇ ਦਾ ਨਾਮ ਸੀ ਸੋਢੀ ਅਮਰੀਕ ਜੀ ਔਰ ਸੋਢੀ ਰਾਏ ਬਨਵਾਲੀ ਰਾਏ ਜੀ। ਏਦਾਂ ਇਹ ਸੋਢੀ ਕੌਲ ਜੀ ਦੇ 4 ਪੁੱਤਰ ਸੀ। ਉਹਨਾਂ ਦਾ ਸਜਰਾ ਭਾਈ ਸਾਹਿਬ ਦੇ ਰਹੇ ਨੇ ਭਾਈ ਸੰਤੋਖ ਸਿੰਘ ਜੀ ਕਿ ਅੱਗੋਂ ਇਹਨਾਂ ਦੇ ਸੋਢੀ ਕੌਲ ਜੀ ਦੇ 4 ਪੁੱਤਰ ਸਨ। ਬਨਵਾਲੀ ਕੈ ਨੰਦਨ ਏਕ, ਅੱਗੇ ਜਿਹੜਾ ਸੋਢੀ ਕੌਲ ਜੀ ਦਾ ਬਨਵਾਲੀ ਰਾਏ ਪੁੱਤਰ ਸੀ ਸੋਢੀ ਬਨਵਾਲੀ, ਉਹਦਾ ਅੱਗੋਂ ਇੱਕ ਪੁੱਤਰ ਸੀ ਅਬੇ ਰਾਮ ਗੁਣ ਧਰੇ ਅਨੇਕ, ਉਹਦਾ ਨਾਮ ਸੀ ਸੋਢੀ ਅਭੈ ਰਾਮ ਜੀ। ਸੋਢੀ ਅਭੈ ਰਾਮ ਜੀ ਚੰਗੇ ਵਿਦਵਾਨ ਸਨ, ਉਹਨਾਂ ਨੇ ਕਾਫੀ ਕੁਝ ਲਿਖਿਆ ਹੈ। ਸੋਢੀ ਅਭੈ ਰਾਮ ਜੀ ਜਿਹੜੇ ਚੰਗੇ ਗੁਣੀ ਕਹੇ ਜਾਂਦੇ ਨੇ, ਉਹ ਵੀ ਸੋਢੀ ਕੌਲ ਜੀ ਦੇ ਪੋਤਰੇ ਸਨ ਤੇ ਰਾਏ ਬਨਵਾਲੀ ਦੇ ਪੁੱਤਰ ਸਨ। ਅਭੈ ਰਾਮ ਕੇ ਸੁਤ ਪੇਚਾਰ, ਅੱਗੇ ਅਭੈ ਰਾਮ ਦੇ ਫਿਰ 4 ਪੁੱਤਰ ਹੋਏ ਹਨ। ਇੱਕ ਸ਼੍ਰੀ ਰਾਮ ਪ੍ਰਜਾਪਤੀ ਤਾਰ, ਇੱਕ ਦਾ ਨਾਮ ਸੀ ਸੋਢੀ ਸ਼੍ਰੀ ਰਾਮ ਜੀ, ਦੂਜੇ ਦਾ ਨਾਮ ਸੀ ਸੋਢੀ ਪ੍ਰਜਾਪਤੀ ਜੀ। ਰਾਮ ਕੋਇਰ ਜਸਪਤ ਗਿਨ ਲੇ, ਤੀਜੇ ਦਾ ਨਾਮ ਸੀ ਸੋਢੀ ਰਾਮ ਰਾਏ ਜੀ ਔਰ ਸੋਢੀ ਰਾਮ ਕੋਇਰ ਜੀ ਔਰ ਚੌਥੇ ਦਾ ਨਾਮ ਸੀ ਸੋਢੀ ਜਸਪਤ ਜੀ। ਇਹ ਜਿਹੜੇ 4 ਸਨ ਇਹ ਅਭੈ ਰਾਮ ਦੇ ਅੱਗੋਂ ਪੁੱਤਰ ਸਨ। ਮਾਨਨੀਏ ਸੰਗਤ ਕੇ ਇਹ ਸਾਰੇ ਸੋਢੀ ਜਿਹੜੇ ਨੇ ਇਸ ਇਲਾਕੇ ਵਿੱਚ ਉਹਨਾਂ ਦੀ ਚੰਗੀ ਸਿੱਖੀ ਸੇਵਕੀ ਸੀ, ਇਸ ਇਲਾਕੇ ਦੀ ਸੰਗਤ ਦੇ ਮਾਨਨੀਏ ਸਨ। ਇਹ ਸੋਢੀ ਕੌਲ ਜੀ ਦੇ ਅੱਗੋਂ ਪੜਪੋਤਰੇ ਹਨ। ਸ਼੍ਰੀ ਗੋਬਿੰਦ ਸਿੰਘ ਕੋ ਆਗਵਨੋ, ਜਦੋਂ ਸੋਢੀ ਕੌਲ ਜੀ ਹੋਣਾ ਨੇ ਅੱਗੋਂ ਉਹਨਾਂ ਦੇ ਪੁੱਤਰ ਪੋਤਰੇ ਪੜਪੋਤਰੇ, ਬੜਾ ਵੱਡਾ ਪਰਿਵਾਰ ਸੀ, ਉਹਨਾਂ ਨੂੰ ਖਬਰ ਹੋਈ ਕਿ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਆਏ ਹਨ। ਸ਼ਰਵਨ ਕਰਿਓ ਜਬ ਆਪਣੇ ਭਵਨੋ, ਸੁਣਿਆ ਕਿ ਸਤਿਗੁਰੂ ਜੀ ਸਾਡੇ ਨਗਰ ਦੇ ਨੇੜੇ ਆਏ ਹਨ। ਸ਼ਾਦ ਕਰਾਵਤ ਤਤ ਛਿਨ ਛੋਰਾ, ਸੋਢੀ ਕੌਲ ਜੀ ਉਦੋਂ ਆਪਣੇ ਘਰ 'ਚ ਨਾ ਆਪਣੇ ਵੱਡਿਆਂ ਦਾ ਸਰਾਧ ਕਰਾ ਰਹੇ ਸੀ ਤੇ ਆਪਣੇ ਵੱਡਿਆਂ ਦੇ ਸਰਾਧ ਨੂੰ ਕਰਾਉਂਦਿਆਂ ਵਿੱਚੇ ਹੀ ਛੱਡ ਕੇ ਗੁਰੂ ਸਾਹਿਬ ਜਦੋਂ ਆਏ, ਪਤਾ ਲੱਗਾ ਵੀ ਕਲਗੀਧਰ ਜੀ ਬਾਹਰ ਆਏ ਨੇ, ਢਿਲਵੀਂ ਉਤਰੇ ਹੋਏ ਨੇ। ਤੋ ਇਹਨਾਂ ਨੇ ਜਿਹੜੇ ਸਰਾਧ ਕਰ ਰਿਹਾ ਸੀ ਸੋਢੀ ਕੌਲ, ਉਹ ਸਰਾਧ ਵਿੱਚੇ ਛੱਡ ਕੇ ਸ਼ੀਗਰ ਤਰਤ ਆਇਸ ਗੋਰੇ ਔਰਾ, ਬੜੀ ਸ਼ੀਘਰਤਾਈ ਨਾਲ ਕਾਹਲੀ ਨਾਲ ਵਿੱਚੇ ਹੀ ਛੱਡ ਕੇ ਇਹ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਆਇਆ। ਹਰਖਤ ਨਿਕਟ ਪਹੁੰਚਿਓ ਜਬੇ, ਬੜੀ ਖੁਸ਼ੀ ਚਾਹ ਚੜ ਗਿਆ ਸੋਢੀ ਕੌਲ ਨੂੰ ਕਿ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਆਏ ਹਨ। ਤੇ ਭਾਵੇਂ ਕਿ ਇਹਦਾ ਜਿਹੜਾ ਵਡੇਰਾ ਪ੍ਰਿਥੀਆ ਸੀ ਮੀਣਾ ਗੁਰੂ ਘਰ ਦਾ ਵਿਰੋਧੀ ਰਿਹਾ, ਪਰ ਇਹਦੇ ਅੰਦਰ ਗੁਰੂ ਕਲਗੀਧਰ ਜੀ ਦਾ ਪ੍ਰੇਮ ਜਾਗਿਆ
ਤੇ ਆਪਣਾ ਘਰ ਛੱਡ ਕੇ ਵਿੱਚੇ ਸਰਾਧ ਕਰਾ ਰਿਹਾ ਸੀ। ਉਹ ਛੱਡ ਕੇ ਦੌੜ ਕੇ ਮਹਾਰਾਜ ਜੀ ਦੇ ਕੋਲ ਆਇਆ। ਭਾਉ ਸਮੇਤ ਪਰਖ ਕਰ ਤਬੇ। ਸਤਿਗੁਰੂ ਜੀ ਨੇ ਸੋਢੀ ਕੌਲ ਦੀ ਭਾਵਨਾ ਵੇਖੀ ਕਿ ਪ੍ਰੇਮ ਨਾਲੇ ਚੱਲ ਕੇ ਆਏ ਹਨ। ਸ੍ਰੀ ਗੁਰ ਗਰੇ ਲਾਏ ਕਰ ਮਿਲੇ। ਸੋਢੀ ਕੌਲ ਜੀ ਨੇ ਪਹਿਲਾਂ ਮਹਾਰਾਜ ਜੀ ਨੂੰ ਮੱਥਾ ਟੇਕਿਆ ਬੜੇ ਪ੍ਰੇਮ ਨਾਲ। ਇਹਦੇ ਮਨ ਦੀ ਭਾਵਨਾ ਵੇਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨੂੰ ਆਪਣੀ ਗਲ ਵਕੜੀ 'ਚ ਲੈ ਕੇ ਮਿਲੇ। ਆਪਣੇ ਗਲ ਲੱਗ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਗਲ ਲਾ ਕੇ ਇਹਨੂੰ ਮੇਲ ਕੀਤਾ। ਬੈਠੇ ਕੁਸ਼ਲ ਪ੍ਰਸ਼ਨ ਕਰ ਭਲੇ। ਸੋਢੀ ਕੌਲ ਜੀ ਮਹਾਰਾਜ ਜੀ ਦੇ ਚਰਨਾਂ 'ਚ ਸਜ ਗਏ। ਕਲਗੀਧਰ ਪਾਤਸ਼ਾਹ ਜੀ ਰਾਜੀ ਖੁਸ਼ੀ ਪੁੱਛਣ ਲੱਗੇ। ਇਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਗੁਰਦੇਵ ਦਾ ਸੁਖ ਸੁਨੇਹਾ ਪੁੱਛਿਆ। ਹਾਥਨ ਕੀ ਦਿਸ਼ ਦ੍ਰਿਸ਼ਟ ਚਲਾਈ। ਗੱਲਾਂ ਬਾਤਾਂ ਹੋ ਰਹੀਆਂ ਸਨ ਕਿ ਕਲਗੀਧਰ ਜੀ ਦੀ ਨਿਗਾਹ ਸੋਢੀ ਕੌਲ ਜੀ ਦੀ ਉਂਗਲਾਂ ਵੱਲ ਗਈ। ਇਹਦੇ ਹੱਥ ਸਨ, ਹੱਥਾਂ ਵਿੱਚ ਉਂਗਲਾਂ ਦੇ ਵਿੱਚ ਮਹਾਰਾਜ ਜੀ ਦੀ ਨਿਗਾਹ ਗਈ। ਪੂਜਿਓ ਅੰਗੁਰੀ ਮੈਂ ਕਿਆ ਪਾਈ। ਮਹਾਰਾਜ ਜੀ ਕਲਗੀਧਰ ਜੀ ਪੁੱਛਦੇ, ਸੋਢੀ ਕੌਲ ਜੀ ਉਂਗਲਾਂ 'ਚ ਕੀ ਪਾਇਆ ਹੋਇਆ? ਇਹਦੀਆਂ ਉਂਗਲਾਂ ਵੱਲ ਨਿਗਾਹ ਗਈ ਸਤਿਗੁਰਾਂ ਦੀ ਤੇ ਸੁਭਾਵਕ ਮਹਾਰਾਜ ਜੀ ਪੁੱਛਦੇ ਆ, ਕੌਲ ਜੀ ਇਹ ਉਂਗਲਾਂ ਦੇ ਵਿੱਚ ਕੀ ਪਾਇਆ ਹੋਇਆ? ਨਮਰ ਹੋਏ ਕਰ ਕੋਲ ਕਹੰਤਾ। ਸੋਢੀ ਕੌਲ ਜੀ ਨੇ ਹੱਥ ਜੋੜ ਕੇ ਬੜੇ ਵਿਨਿਮਰ ਭਾਵ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਤੇ ਬੋਲੇ, ਬੈਠਿਓ ਮੈਂ ਅਬ ਸ਼ਰਾਧ ਕਰੰਤਾ। ਸੋਢੀ ਕੌਲ ਜੀ ਕਹਿਣ ਲੱਗੇ, ਮਹਾਰਾਜ ਜੀ ਮੈਂ ਇਸ ਵੇਲੇ ਘਰ 'ਚ ਬੈਠਾ ਸਰਾਧ ਕਰਾਉਂਦਾ ਸੀ ਆਪਣੇ ਵਡੇਰਿਆਂ ਦਾ। ਸੁਨਿਓ ਸ਼ਰਵਨ ਰਾਵਰ ਆਗਵਨੋ। ਤੇ ਜਦੋਂ ਮੈਂ ਆਪ ਜੀ ਦਾ ਆਗਮਨ ਸੁਣਿਆ ਆਪਣੇ ਕੰਨੀ ਕਿ ਸਤਿਗੁਰੂ ਜੀ ਤੁਸੀਂ ਆਏ ਹੋ, ਉਠਿਓ ਪਵਨ ਸੰਭਾਰ ਨ ਕਵਨੋ। ਤੇ ਮੈਂ ਉਸੇ ਵੇਲੇ ਘਰੋਂ ਕਾਹਲੀ ਨਾਲ ਚੱਲ ਕੇ ਆ ਗਿਆ। ਮੈਂ ਘਰ 'ਚ ਕਿਸੇ ਵਸਤੂ ਦੀ ਸੰਭਾਲ ਨਹੀਂ ਕੀਤੀ, ਜਿਵੇਂ ਬੈਠਾ ਸੀ ਸੁਣਦਿਆਂ ਸਾਰ ਟੁਰ ਕੇ ਤੁਹਾਡੇ ਕੋਲ ਆ ਗਿਆ ਹਾਂ। ਸ਼ੀਗਰ ਕਰਤ ਮਿਲਬੇ ਤੇ ਆਏ। ਸ਼ੀਗਰਤਾਈ ਨਾਲ ਵੀ ਤੁਹਾਨੂੰ ਆ ਕੇ ਮਿਲਾਂ, ਜਿਉ ਆਇਆ ਕਹਾਂ। ਇਸ ਕਰਕੇ ਮਹਾਰਾਜ ਮੈਂ ਕਾਹਲੀ ਕਾਹਲੀ ਚੱਲ ਕੇ ਤੁਹਾਡੇ ਕੋਲ ਆਇਆ ਹਾਂ। ਕੁਸ਼ਾ ਪਵਿੱਤਰੇ ਅੰਗੁਰਨ ਪਾਏ। ਮਹਾਰਾਜ ਜੀ ਜਿਹੜੀਆਂ ਉਂਗਲਾਂ ਵਿੱਚ ਮੈਂ ਪਾਇਆ ਹੋਇਆ, ਇਹ ਕੁਸ਼ਾ ਦੀਆਂ ਜਿਹੜੀਆਂ ਛਾਪਾਂ ਨੇ ਉਹ ਬਣਾ ਕੇ ਪਾਈਆਂ ਹੋਈਆਂ ਉਂਗਲਾਂ 'ਚ। ਜਦੋਂ ਇਹ ਕਿਉਂਕਿ ਬ੍ਰਾਹਮਣੀ ਕਿਰਿਆ ਨਾਲ, ਕਿਉਂਕਿ ਗੁਰਮਤ ਤੋਂ ਤਾਂ ਇਹ ਥੋੜੇ ਜਿਹੇ ਦੂਰ ਚਲੇ ਗਏ ਸਨ ਸੋਢੀ ਕੌਲ ਜੀ ਹੋਣੀ, ਤੇ ਸਰਾਧ ਵਗੈਰਾ ਕਰਾਉਣੇ ਏਦਾਂ ਦੀਆਂ ਬਿਰਤੀਆਂ ਵਿੱਚ ਪ੍ਰਵਿਰਤ ਸਨ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਮਹਾਰਾਜ ਮੈਂ ਸਰਾਧ ਕਰਾਉਂਦਾ ਸੀ, ਇਹ ਤੇ ਉਂਗਲਾਂ ਵਿੱਚ ਕੁਸ਼ਾ ਪਾਈ ਹੋਈ ਆ ਨਾ, ਉਹਦੀਆਂ ਜਿਵੇਂ ਮੁੰਦਰੀਆਂ ਜੀਆਂ ਬਣਾ ਕੇ ਗੋਲ ਕੇ ਪਵਿੱਤਰ ਸਮਝੀ ਜਾਂਦੀ ਹੈ ਕੁਸ਼ਾ, ਤੇ ਮਹਾਰਾਜ ਉਹਦੀਆਂ ਮੈਂ ਉਂਗਲਾਂ ਦੇ ਵਿੱਚ ਪਾਈ ਹੋਈ ਐ। ਨਹੀਂ ਨਿਕਾਰੇ ਕਰ ਮੈਂ ਰਹੇ। ਮਹਾਰਾਜ ਕਾਲੀ ਕਾਲੀ ਚੱਲ ਕੇ ਆਇਆ, ਇਹਨਾਂ ਦਾ ਖਿਆਲ ਹੀ ਨਹੀਂ ਰਿਹਾ ਮਹਾਰਾਜ ਮੈਂ ਉਂਗਲਾਂ ਚੋਂ ਕੱਢੀਆਂ ਨਹੀਂ, ਤੇ ਬੈਠਾ ਸਰਾਧ ਕਰਾਉਂਦਾ ਸੀ ਤੇ ਸੁਣਦਿਆਂ ਸਾਰ ਭੱਜ ਕੇ ਤੁਹਾਡੇ ਕੋਲ ਆ ਗਿਆ, ਤੇ ਇਹ ਮੈਂ ਉਂਗਲਾਂ ਵਿੱਚੋਂ ਕੱਢ ਨਹੀਂ ਸਕਿਆ। ਤੂਰ ਨਹੀਂ ਦਰਸ਼ਨ ਮਨ ਚਾਹੇ। ਮੇਰੇ ਮਨ ਦੀ ਚਾਹਨਾ ਹੋਈ ਵੀ ਭੱਜ ਕੇ ਜਾ ਕੇ ਦਰਸ਼ਨ ਕਰਾਂ, ਸਰਾਧ ਤਾਂ ਫਿਰ ਵੀ ਹੁੰਦੇ ਰਹਿਣਗੇ। ਮਹਾਰਾਜ ਏਦਾਂ ਮੇਰੀ ਮਨ ਦੀ ਭਾਵਨਾ ਸੀ ਤੇ ਮੈਂ ਆਪ ਜੀ ਕੋਲ ਆਇਆ ਹਾਂ। ਸੁਨ ਸ਼੍ਰੀ ਗੁਰ ਗੋਬਿੰਦ ਸਿੰਘ ਕਹਿਓ। ਜਿਸ ਵਕਤ ਸੋਢੀ ਕੌਲ ਨੇ ਇਸ ਤਰ੍ਹਾਂ ਸਤਿਗੁਰਾਂ ਨੂੰ ਦੱਸਿਆ, ਸੁਣ ਕੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਕਲਗੀਧਰ ਸਵਾਮੀ ਜੀ ਬੋਲੇ, ਇਹ ਤੁਮ ਕਹਾਂ ਕਰਨ ਕੋ ਚਇਓ। ਮਹਾਰਾਜ ਜੀ ਕਹਿੰਦੇ, ਸੋਢੀ ਕੌਲ ਜੀ ਕਿਹੜੇ ਚੱਕਰਾਂ 'ਚ ਪਏ ਹੋਏ ਹੋ ਤੁਸੀਂ? ਆਹ ਹੁਣ ਤੁਸੀਂ ਸਰਾਧ ਵਗੈਰਾ ਜਿਹੜੇ ਕਰਦੇ ਹੋ, ਤਾਂ ਇਹ ਕਿਹੜੇ ਕਾਹਦੇ ਵਾਸਤੇ, ਇਹ ਕਾਹਦੇ ਕਿਉਂ ਕਰ ਰਹੇ ਹੋ? ਸਤਿਗੁਰ ਰਾਮਦਾਸ ਜਿਨ ਬੰਸ। ਜਿਨ੍ਹਾਂ ਦੇ ਬੰਸ ਦੇ ਵੱਡੇ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਹਨ। ਲੀਨਸ ਜਨਮ ਮਾਨਸਰ ਹੰਸ। ਜਿਵੇਂ ਮਾਨਸਰ ਸਰੋਵਰ ਤੇ ਹੰਸ ਹੁੰਦਾ ਹੈ, ਜਿਨ੍ਹਾਂ ਨੇ ਸੋਢੀਆਂ ਦੀ ਕੁੱਲ ਨੂੰ 4 ਚੰਨ ਲਾਏ, ਧੰਨ ਗੁਰੂ ਰਾਮਦਾਸ ਪਾਤਸ਼ਾਹ ਸੋਢੀਆਂ ਦੀ ਕੁੱਲ ਦੇ ਵਿੱਚ ਅਵਤਰਤ ਹੋਏ। ਸ਼ੰਕਾ ਪਿਤਰ ਚੁਦਤ ਹੀ ਰਹੇ। ਤੇਰੇ ਮਨ ਝਾਲੇ ਵੀ ਸ਼ੰਕਾ ਵੀ ਜਿਨ੍ਹਾਂ ਦੀ ਕੁੱਲ ਵਿੱਚ ਸੋਢੀਆਂ ਦੀ ਕੁੱਲ 'ਚ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਹੋਇਆ, ਤੇ ਉਹਨਾਂ ਦੇ ਜਿਹੜੇ ਪਿਤਰ ਨੇ ਹਲੇ ਪਿਤਰ ਲੋਕ ਦੇ ਵਿੱਚ ਹੀ ਬੈਠੇ ਹੋਣਗੇ, ਉਹ ਵੀ ਭੁੱਖੇ, ਵੀ ਜਿਨ੍ਹਾਂ ਵਾਸਤੇ ਤੂੰ ਸਰਾਧ ਕਰਦਾ ਵੀ ਸਰਾਧ ਦੀ ਰੋਟੀ ਉਹਨਾਂ ਤਾਈਂ ਪਹੁੰਚਣੀ ਹੈ, ਪਿਤਰਾਂ ਤਾਈਂ। ਭਲਿਆ ਕੌਲ ਜੀ ਇਹ ਦੱਸੋ ਵੀ ਉਹ ਹਾਲੇ ਪਿਤਰ ਉੱਥੇ ਹੀ ਬੈਠੇ ਹੋਣਗੇ ਜਿਨ੍ਹਾਂ ਸੋਢੀਆਂ ਦੀ ਕੁੱਲ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਅਵਤਰਤ ਹੋਏ? ਉਸ ਕੁੱਲ ਦੇ ਜਿਤਨੇ ਵੀ ਪਿਛਲੇ ਸਨ ਉਹ ਸਾਰੇ ਹੀ ਤਾਰ ਦਿੱਤੇ ਗੁਰੂ ਰਾਮਦਾਸ ਪਾਤਸ਼ਾਹ ਨੇ। ਉਹ ਪਿਤਰ ਲੋਕ ਵਿੱਚ ਨਹੀਂ ਰਹੇ।
ਇਹ ਤੇਰਾ ਸ਼ੰਕਾ ਹੈ ਕਿ ਉਹ ਹਾਲੇ ਪਿਤਰ ਲੋਕ ਵਿੱਚ ਹੀ ਨੇ, ਉਹ ਵੀ ਭੁੱਖੇ ਹਨ? ਐਸਾ ਨਹੀਂ ਹੈ। ਜਿਨੋ ਬਾਸ ਬੈਕੁੰਠੇ ਲਏ, ਸੋਢੀਆਂ ਦੇ ਕੁੱਲ ਵਿੱਚ ਪਾਤਸ਼ਾਹ ਨੇ ਪ੍ਰਕਾਸ਼ ਧਾਰਨ ਕਰਕੇ ਉਹਨਾਂ ਸਾਰਿਆਂ ਦਾ ਵਾਸਾ ਉੱਥੇ ਕਰ ਦਿੱਤਾ ਜਿੱਥੇ ਉਹ ਆਪ ਵਸਦੇ ਹਨ। ਜਿੱਥੇ ਉਹ ਆਪ ਵਸਦੇ ਹਨ ਉੱਥੇ ਉਹਨਾਂ ਦਾ ਵਾਸਾ ਕਰ ਲਿਆ, ਬੈਕੁੰਠ ਧਾਮ ਵਿੱਚ। ਐਸੇ ਤ੍ਰਿਪਤ ਪਏ ਇੱਕ ਵਾਰੀ। ਉਹ ਸਾਰੇ ਪਿੱਤਰ ਗੁਰੂ ਰਾਮਦਾਸ ਸਾਹਿਬ ਸੋਢੀਆਂ ਦੀ ਕੁੱਲ ਦੇ ਉਹ ਏਦਾਂ ਰੱਜੇ ਨੇ, ਏਦਾਂ ਤ੍ਰਿਪਤ ਹੋ ਗਏ ਨੇ ਇੱਕੋ ਵਾਰੀ। ਬਹੁਰ ਨ ਚਾਹੇ ਅੰਨ ਹਰ ਬਾਰੀ। ਨਾ ਉਹਨਾਂ ਨੂੰ ਮੁੜ ਕੇ ਹੁਣ ਅੰਨ ਚਾਹੀਦਾ ਤੇ ਨਾ ਹੀ ਪਾਣੀ ਚਾਹੀਦਾ, ਵੀ ਸੂਰਜ ਵੱਲ ਮੂੰਹ ਕਰਕੇ ਪਾਣੀ ਦੇਣ ਦੀ ਵੀ ਲੋੜ ਨਹੀਂ, ਤੇ ਇੱਕੋ ਵਾਰੀ ਤ੍ਰਿਪਤ ਹੋ ਗਏ ਨੇ। ਉਹ ਸਾਰੇ ਹੀ ਮੁਕਤ ਹੋ ਗਏ ਨੇ ਜਿਹੜੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਜਿਹੜੀ ਕੁੱਲ ਦੇ ਪਿੱਤਰ ਹਨ ਵੱਡੇ। ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਨਾਲ ਸੋਢੀ ਕੌਲ ਜੀ ਜਿਹੜੇ ਜੁੜ ਗਏ ਉਹ ਅੱਗੇ ਵੀ ਮੁਕਤ ਹੋਣਗੇ, ਜਿਹੜੇ ਪਹਿਲਾਂ ਸਨ ਉਹ ਵੀ ਸਾਰੇ ਮੁਕਤ ਹੋ ਗਏ। ਹਾਂਜੀ, ਇਸ ਕਰਕੇ ਸ਼ੰਕਾ ਆਪਣੇ ਮਨ ਦਾ ਕੱਢ ਦਿਓ ਕਿ ਪਿੱਤਰ ਲੋਕ ਵਿੱਚ ਬੈਠੇ ਹੋ ਪਿੱਤਰ ਹਾਲੇ ਭੁੱਖੇ ਹਨ, ਉਹ ਸਾਰੇ ਮੁਕਤ ਹੋ ਗਏ ਨੇ। ਖਾਲਸਾ ਜੀ, ਇੱਕ ਵਾਰੀ ਪਿਤਾ ਕਲਿਆਣ ਦਾਸ ਜੀ ਮਹਿਤਾ ਕਾਲੂ ਜੀ ਨੇ ਆਪਣੇ ਗ੍ਰਹਿ ਵਿਖੇ ਸਰਾਧ ਕੀਤਾ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਹਾਲੇ ਬਾਲ ਰੂਪ ਵਿੱਚ ਸਨ। ਪਿਤਾ ਜੀ ਨੂੰ ਪੁੱਛਿਆ, ਪਿਤਾ ਜੀ ਇਹ ਕੀ ਕਰ ਰਹੇ ਹੋ? ਬੜੇ ਬ੍ਰਾਹਮਣ ਆਏ ਨੇ ਖੀਰ ਖਾਣ ਵਾਸਤੇ। ਪਿਤਾ ਜੀ ਨੇ ਆਖਿਆ, ਬੇਟਾ ਨਾਨਕ, ਇਹ ਆਪਣੇ ਪਿਤਰਾਂ ਨੂੰ ਤਾਰਨ ਵਾਸਤੇ ਸਰਾਧ ਕੀਤੇ ਹਨ। ਇਹ ਸਰਾਧਾਂ ਦਾ ਭੋਜਨ ਸਾਲ ਦੇ ਵਿੱਚ ਇੱਕ ਵਾਰੀ ਕਰੀਦਾ, ਉਹਨਾਂ ਪਿਤਰਾਂ ਤੱਕ ਪਹੁੰਚਦਾ ਹੈ। ਮਹਾਰਾਜ ਜੀ ਕਹਿੰਦੇ, ਪਿਤਾ ਜੀ ਕਿ ਪਿਤਰ ਜਿਹੜੇ ਨੇ ਹਾਲੇ ਪਿਤਰ ਲੋਕ ਵਿੱਚ ਹੈਣ? ਪਿਤਾ ਮਹਿਤਾ ਕਾਲੂ ਜੀ ਕਹਿਣ ਲੱਗੇ, ਪੁੱਤਰ ਨਾਨਕ, ਮੇਰੀ ਉੱਥੇ ਤੱਕ ਗਮਤਾ ਨਹੀਂ ਕਿ ਮੈਂ ਵੇਖ ਸਕਾਂ। ਮਹਾਰਾਜ ਜੀ ਕਹਿੰਦੇ, ਪਿਤਾ ਜੀ ਨੇਤਰ ਮੁੰਦੋ, ਅਸੀਂ ਤੁਹਾਨੂੰ ਉੱਥੇ ਪਹੁੰਚਾ ਦਿੰਦੇ ਹਾਂ। ਪਿਤਾ ਜੀ ਨੇ ਜਿਸ ਵੇਲੇ ਨੇਤਰ ਮੁੰਦੇ ਕੀ ਵੇਖਦੇ ਨੇ? ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ, ਜਿਸ ਦਿਨ ਗੁਰੂ ਨਾਨਕ ਸਾਹਿਬ ਨੇ ਨਨਕਾਣਾ ਸਾਹਿਬ ਦੀ ਧਰਤੀ ਤੇ ਬੇਦੀਆਂ ਦੀ ਕੁੱਲ ਚ ਪ੍ਰਕਾਸ਼ ਧਾਰਨ ਕੀਤਾ, ਉਸੇ ਦਿਨ ਤੋਂ ਪਿਤਰ ਲੋਕ ਦੇ ਜਿਤਨੇ ਪਿਤਰ ਸਨ ਸਾਰੇ ਮੁਕਤ ਹੋ ਗਏ। ਉਹ ਸਾਰੇ ਪਿਤਰ ਉਸੇ ਦਿਨ ਸੱਚਖੰਡ ਚਲੇ ਗਏ, ਨੇਤਰ ਖੁੱਲੇ ਤੇ ਪਿਤਾ ਜੀ ਇੱਕ ਆਨੰਦ ਦੇ ਰਸ ਵਿੱਚ ਭਰ ਗਏ। ਨਮਸਕਾਰ ਕਰਨ ਲੱਗੇ ਤੇ ਗੁਰੂ ਨਾਨਕ ਸਾਹਿਬ ਨੇ ਫਿਰ ਮਾਇਆ ਵਰਤਾ ਦਿੱਤੀ ਤੇ ਪਿਤਾ ਜੀ ਨੂੰ ਫਿਰ ਗੁਰੂ ਨਾਨਕ ਸਾਹਿਬ ਜਿਹੜੇ ਕੁਝ ਸਮਾਂ ਪਹਿਲਾਂ ਪਰਮੇਸ਼ਰ ਰੂਪ ਦਿਸ ਰਹੇ ਸਨ, ਮੁੜ ਕੇ ਕਹਿੰਦੇ, ਨਹੀਂ, ਇਹ ਤਾਂ ਮੇਰਾ ਪੁੱਤਰ ਹੈ। ਕਿਉਂਕਿ ਭਗਤੀ ਇਹ ਕੀਤੀ ਸੀ ਵੀ ਪਰਮੇਸ਼ਰ ਪੁੱਤਰ ਬਣ ਕੇ ਮੇਰੇ ਘਰ ਆਵੇ, ਤੇ ਪੁੱਤਰ ਬਣ ਕੇ ਹੀ ਗੁਰੂ ਨਾਨਕ ਸਾਹਿਬ ਰਹੇ ਤੇ ਪੁੱਤਰ ਰੂਪ ਵਿੱਚ ਹੀ ਪਿਤਾ ਜੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਦੇ ਰਹੇ। ਤੋ ਇੱਥੇ ਸੋਢੀ ਕੌਲ ਜੀ ਨੂੰ ਮਹਾਰਾਜ ਜੀ ਕਹਿੰਦੇ ਵੀ ਉਹ ਤਾਂ ਮੁਕਤ ਹੋ ਗਏ ਹਨ, ਉਹ ਤਾਂ ਮੋਕਸ਼ ਨੂੰ ਪ੍ਰਾਪਤ ਹੋ ਗਏ ਹਨ। ਇਤਿਆਦਿਕ ਕਰ ਬਾਤ ਬਿਲਾਸਾ। ਇਹ ਤਾਂ ਸੋਢੀ ਕੌਲ ਜੀ ਨਾਲ ਬੈਠਿਆਂ ਮਹਾਰਾਜ ਜੀ ਦੇ ਬਚਨ ਬਿਲਾਸ ਹੋਏ। ਸੋਢੀ ਕੌਲ ਜੀ ਕੁਝ ਸਮਾਂ ਸਤਿਗੁਰਾਂ ਦੇ ਇਸੇ ਤਰ੍ਹਾਂ ਦਰਸ਼ਨ ਦਿਦਾਰੇ ਕਰਦੇ ਰਹੇ। ਡੇਰਾ ਉਤਰਾਇਓ ਪ੍ਰਭ ਪਾਸਾ। ਔਰ ਸਤਿਗੁਰੂ ਜੀ ਦਾ ਡੇਰਾ ਆਪਣੇ ਨਗਰ ਢਿਲਵੀ ਨਗਰ ਵਿੱਚ ਆਪਣੇ ਨੇੜੇ ਹੀ ਉਤਾਰਾ ਕਰਵਾਇਆ। ਬਹੁਰ ਆਨੰਦਪੁਰੇ ਕੋ ਜੰਗ। ਫਿਰ ਆਨੰਦਪੁਰ ਸਾਹਿਬ ਦੇ ਜੰਗ ਯੁੱਧ ਦੇ ਪ੍ਰਸੰਗ ਚੱਲ ਪਏ। ਸੋਢੀ ਕੌਲ ਜੀ ਨਾਲ ਗੱਲਾਂ ਬਾਤਾਂ ਚੱਲੀਆਂ। ਸ੍ਰੀ ਆਨੰਦਪੁਰ ਸਾਹਿਬ ਦੇ ਜੰਗਾਂ ਯੁੱਧਾਂ ਦਾ ਵਰਣਨ ਹੋਇਆ। ਇਤਕ ਸੁਨਾਵਨ ਕਰੇ ਪ੍ਰਸੰਗ। ਪ੍ਰਸੰਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਦੇ ਜੰਗ ਦੇ, ਚਮਕੌਰ ਦੇ ਜੰਗ ਦੇ, ਉਹ ਸੋਢੀ ਕੌਲ ਜੀ ਨੂੰ ਸਰਵਣ ਕਰਵਾਏ। ਸੇਵਾ ਸਭ ਸੋਢੀਨ ਕਰਾਈ। ਤੋ ਇਹਨਾਂ ਸੋਢੀਆਂ ਨੇ ਮਹਾਰਾਜ ਜੀ ਦੇ ਨਾਲ ਜਿੰਨੀ ਫੌਜ ਆਈ ਹੈ ਸਭ ਦੀ ਸੇਵਾ ਟਹਿਲ ਕੀਤੀ। ਘੋੜਿਆਂ ਵਾਸਤੇ ਘਾਹ ਦਾਣੇ ਪੱਠੇ ਦਾ ਪ੍ਰਬੰਧ ਕੀਤਾ। ਤ੍ਰਿਣ ਦਾਨਾ ਦੇ ਕਰ ਸਮੁਦਾਈ। ਘਾਹ ਪੱਠੇ ਦਾ ਪ੍ਰਬੰਧ ਕੀਤਾ। ਸਰਵ ਪ੍ਰਕਾਰ ਨਾਲ ਸੇਵਾ ਟਹਿਲ ਕੀਤੀ। ਭਲੀ ਪ੍ਰਕਾਰ ਆਹਾਰ ਕਰਾਏ। ਔਰ ਭਲੀ ਪ੍ਰਕਾਰ ਨਾਲ ਮਹਾਰਾਜ ਜੀ ਨੂੰ ਭੋਜਨ ਦਾ ਪ੍ਰਬੰਧ ਕੀਤਾ। ਬੈਠੇ ਬੌਰ ਪ੍ਰਸੰਗ ਚਲਾਏ। ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਫਿਰ ਸੋਢੀ ਕੌਲ ਜੀ ਮਹਾਰਾਜ ਜੀ ਕੋਲ ਬਹਿ ਗਏ। ਗੱਲਾਂ ਬਾਤਾਂ ਹੁੰਦੀਆਂ, ਵਿਚਾਰਾਂ ਹੁੰਦੀਆਂ ਨੇ। ਤੁਮ ਕੋ ਮਿਲਿਓ ਕਪੂਰਾ ਕਹਿ ਨਾਏ। ਸੋਢੀ ਕੌਲ ਜੀ ਨੇ ਸੁਭਾਵਕ ਪੁੱਛਿਆ, ਮਹਾਰਾਜ ਜੀ ਪਿੱਛੋਂ ਕਿੱਧਰੋਂ ਆਏ ਹੋ? ਤੇ ਸਤਿਗੁਰਾਂ ਆਖਿਆ, ਕੋਟ ਕਪੂਰਿਓਂ ਆਏ ਆ।
ਕਹਿਣ ਲੱਗਾ ਮਹਾਰਾਜ ਉੱਥੇ ਕਪੂਰਾ ਮੇਰਾ ਸੇਵਾਦਾਰ ਹੈ, ਉਹ ਮਿਲਿਆ ਕਿ ਨਹੀਂ ਤੁਹਾਨੂੰ? ਉਹ ਸੋਢੀ ਕੌਲ ਜੀ ਦਾ ਸ਼ਰਧਾਲੂ ਸੀ ਕਪੂਰਾ ਚੌਧਰੀ, ਤਦੇ ਗੁਰੂ ਸਾਹਿਬ ਦਾ ਵੀ ਉਹਨੇ ਥੋੜਾ ਬਹੁਤਾ ਮਾਣ ਸਤਿਕਾਰ ਕੀਤਾ। ਕਹਿਣ ਲੱਗਾ ਮਹਾਰਾਜ ਪਿੱਛੇ ਕਪੂਰਾ ਚੌਧਰੀ ਆਪ ਜੀ ਨੂੰ ਮਿਲਿਆ ਕਿ ਨਹੀਂ ਮਿਲਿਆ? ਉਹਨੇ ਕੋਈ ਆਪ ਜੀ ਦੀ ਸੇਵਾ ਟਹਿਲ ਕੀਤੀ ਕਿ ਨਹੀਂ ਕੀਤੀ? ਸੇਵਾ ਕਰੀ ਕਿਨੇ ਸ਼ਰਧਾ ਲਏ, ਉਹਨੇ ਸੇਵਾ ਕੀਤੀ ਆ ਕਿ ਨਹੀਂ ਆਪ ਜੀ ਤੇ ਸ਼ਰਧਾ ਭਾਵਨਾ ਰੱਖ ਕੇ? ਸੁਨ ਸ੍ਰੀ ਗੁਰ ਤਤਕਾਲ ਉਚਾਰੀ, ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਤਾਤਕਾਲ ਉਸੇ ਵੇਲੇ ਬੋਲੇ, ਹਮੋ ਕਪੂਰੇ ਜਣਾ ਉਖਾਰੀ। ਮਹਾਰਾਜ ਜੀ ਕਹਿੰਦੇ ਹਾਂ ਸੋਢੀ ਕੌਲ ਜੀ ਕਪੂਰਾ ਮਿਲਿਆ ਸੀ, ਉਹਦੀਆਂ ਜੜ੍ਹਾਂ ਪੁੱਟ ਕੇ ਆਏ ਹਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਾਂ ਹਾਂ ਮਿਲਿਆ ਸੀ ਕਪੂਰਾ, ਉਹਦੀਆਂ ਜੜ੍ਹਾਂ ਪੁੱਟ ਕੇ ਆਏ ਆ। ਰਹਿਨ ਨਾ ਪਾਏ ਬਿਨਾਸੀ ਹੋਏ, ਉਹਦੀਆਂ ਜੜ੍ਹਾਂ ਰਹਿਣੀਆਂ ਨਹੀਂ ਹਨ, ਉਹ ਵਿਨਸ ਗਈਆਂ ਹਨ। ਬਾਕ ਨ ਮਾਨਿਓ ਮਹਿਮਾ ਜੋਏ, ਉਹਨੇ ਬਚਨ ਨਹੀਂ ਮੰਨਿਆ ਸਾਡਾ ਜੋ ਅਸੀਂ ਬਚਨ ਕਿਹਾ ਸੀ, ਹਾਲਾਂਕਿ ਗੁਰੂ ਘਰ ਦੀ ਮਹਿਮਾ ਵੀ ਜਾਣਦਾ, ਫਿਰ ਵੀ ਉਹਨੇ ਬਚਨ ਨਹੀਂ ਮੰਨਿਆ। ਸੁਨਤ ਕੋਲ ਕੇ ਛੋਬ ਵਿਸਾਲਾ, ਮਹਾਰਾਜ ਜੀ ਨੇ ਕਿਹਾ ਨਾ ਹਾਂ ਮਿਲਿਆ ਸੀ ਕਪੂਰੇ ਦੀਆਂ ਜੜ੍ਹਾਂ ਪੁੱਟ ਕੇ ਆਏ ਆ, ਤੇ ਕੌਲ ਨੂੰ ਇੱਕਦਮ ਸੋਢੀ ਕੌਲ ਜੀ ਨੂੰ ਹੌਲ ਜਿਹਾ ਪਿਆ, ਕਿਉਂਕਿ ਕਪੂਰਾ ਸ਼ਰਧਾਲੂ ਸੀ ਇਹਨਾਂ ਦਾ ਬੜਾ ਜ਼ਿਆਦਾ ਇਲਾਕੇ ਦੇ ਵਿੱਚ। ਇੱਕਦਮ ਜਿਵੇਂ ਮਹਾਰਾਜ ਜੀ ਨੇ ਬਚਨ ਕਹੇ ਤੇ ਇਹਦੇ ਸੁਣ ਕੇ ਹੌਲ ਜਿਹਾ ਪਿਆ ਸੋਢੀ ਕੌਲ ਜੀ ਦੇ। ਨਿਜ ਸਿੱਖ ਲੱਖ ਬੋਲਿਓ ਤਤਕਾਲਾ, ਕਪੂਰਾ ਇਹਨਾਂ ਦਾ ਸਿੱਖ ਸੀ, ਸੋਢੀ ਕੌਲ ਜੀ ਦਾ ਸ਼ਰਧਾਲੂ ਸੀ, ਤੇ ਬੋਲਿਆ ਕਹਿਣ ਲੱਗਾ ਜਰਾ ਕਪੂਰੇ ਕੀ ਦਿੜ ਭਾਰੀ। ਸੋਢੀ ਕੌਲ ਜੀ ਬੋਲੇ ਕਹਿਣ ਲੱਗੇ ਗੁਰੂ ਜੀ ਕਪੂਰੇ ਦੀਆਂ ਜੜ੍ਹਾਂ ਬੜੀਆਂ ਪੱਕੀਆਂ ਹਨ। ਬੋਲਿਆ ਕਹਿਣ ਲੱਗਾ ਮਹਾਰਾਜ ਕਪੂਰੇ ਦੀਆਂ ਜੜ੍ਹਾਂ ਬੜੀਆਂ ਭਾਰੀ ਪੱਕੀਆਂ ਹਨ। ਹਮਨੇ ਰਾਖੀ ਪੇਟ ਮਝਾਰੀ, ਤੇ ਕਪੂਰੇ ਦੀਆਂ ਜੜ੍ਹਾਂ ਜਿਹੜੀਆਂ ਨੂੰ ਮੈਂ ਆਪਣੇ ਢਿੱਡ 'ਚ ਰੱਖੀਆਂ ਹੋਈਆਂ ਨੇ। ਜਾਂ ਤੇ ਬੇਨਤੀ ਕਰਦੇ ਮਹਾਰਾਜ ਚਲੋ ਜੇ ਗਲਤੀ ਹੋ ਗਈ ਉਹਨੂੰ ਖਿਮਾ ਕਰ ਦਿਓ। ਮਹਾਰਾਜ ਜੀ ਨੇ ਅੱਗੋਂ ਜਿੱਦ ਕੀਤੀ ਸੋਢੀ ਕੌਲ ਜੀ ਨੇ, ਕਹਿਣ ਲੱਗੇ ਮਹਾਰਾਜ ਉਹਦੀਆਂ ਜੜ੍ਹਾਂ ਮੇਰੇ ਢਿੱਡ ਵਿੱਚ ਨੇ, ਯਾਨੀ ਕਿ ਮੇਰਾ ਚੇਲਾ ਉਹ, ਇਹ ਕਹਿਣਾ ਚਾਹੁੰਦੇ। ਤੇ ਜੇ ਤਾਂ ਬੇਨਤੀ ਕਰਦੇ ਪਾਤਸ਼ਾਹ ਬਖਸ਼ੰਦ ਨੇ ਬਖਸ਼ ਲੈਂਦੇ, ਪਰ ਇਹਨਾਂ ਨੇ ਅੱਗੋਂ ਆਖਿਆ ਜੀ ਉਹਦੀਆਂ ਜੜ੍ਹਾਂ ਬੜੀਆਂ ਪੱਕੀਆਂ ਨੇ ਤੇ ਉਹ ਮੇਰੇ ਢਿੱਡ 'ਚ ਲੱਗੀਆਂ ਹੋਈਆਂ ਨੇ। ਮੋਹੇ ਪੇਟ ਕੋ ਪਾੜੇ ਜੋਏ, ਜਿਹੜਾ ਮੇਰੇ ਪੇਟ ਨੂੰ ਪਾੜੇਗਾ ਤਿਸ ਕੀ ਜੜਾਂ ਉਖਾਰੇ ਸੋਏ। ਮੇਰਾ ਢਿੱਡ ਪਾੜੇਗਾ ਕੋਈ ਤਾਂ ਹੀ ਉਹਦੀਆਂ ਜੜ੍ਹਾਂ ਪੁੱਟੀਆਂ ਜਾਣੀਆਂ ਨੇ, ਤਾਂ ਹੀ ਕੋਈ ਜੜ੍ਹਾਂ ਉਹਦੀਆਂ ਪੁੱਟ ਸਕਦਾ ਜਿਹੜਾ ਮੇਰੇ ਢਿੱਡ ਨੂੰ ਪਾੜੇ। ਸੁਨਤ ਸ਼ਿਗਰਈ ਕੋਲ ਮਤੇ ਕੋ, ਜਦੋਂ ਸੋਢੀ ਕੌਲ ਨੇ ਝੱਟ ਅੱਗੋਂ ਏਦਾਂ ਜਵਾਬ ਦਿੱਤਾ ਨਾ ਉਹ ਇੱਕਦਮ, ਤੇ ਕਲਗੀਧਰ ਜੀ ਨੇ ਸੁਣਿਆ ਸ਼੍ਰੀ ਗੁਰ ਉੱਤਰ ਦਿਓ ਪਤੇ ਕੋ, ਮਹਾਰਾਜ ਜੀ ਨੇ ਫਿਰ ਨਾਲ ਹੀ ਪਤੇ ਦਾ ਜਵਾਬ ਦਿੱਤਾ। ਪਾੜੇ ਜਬ ਹੂੰ ਪੇਟ ਤੁਹਾਰੇ, ਮਹਾਰਾਜ ਜੀ ਕਹਿੰਦੇ ਹੁਣ ਆਪ ਹੀ ਪਾੜੇਗਾ ਤੇਰਾ ਢਿੱਡ ਤੇ ਆਪਣੀਆਂ ਜੜ੍ਹਾਂ ਆਪੇ ਹੀ ਪੁੱਟੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਹ ਤਾਂ ਕਹਿੰਦਾ ਸੀ ਵੀ ਚਲੋ ਗੁਰੂ ਜੀ ਕਹਿਣਗੇ ਵੀ ਮੈਂ ਪੁੱਟੀਆਂ ਨੇ ਵੀ ਤੇਰਾ ਢਿੱਡ ਕਾਹਨੂੰ ਪਾੜਨਾ। ਮਹਾਰਾਜ ਜੀ ਨੂੰ ਕਹਿੰਦਾ ਸੀ ਵੀ ਤੁਸੀਂ ਮੇਰਾ ਢਿੱਡ, ਯਾਨੀ ਕਿ ਇੱਕ ਪ੍ਰਕਾਰ ਦਾ ਉਹਨੇ ਤੰਗ ਕੱਸਿਆ ਸੀ ਵੀ ਉਹਦਾ ਢਿੱਡ ਕੋਈ ਮੇਰਾ ਢਿੱਡ ਪਾੜੇਗਾ ਤੇ ਉਹਦੀਆਂ ਜੜ੍ਹਾਂ ਪੁੱਟੇਗਾ ਨਾ। ਮਹਾਰਾਜ ਕਹਿੰਦੇ ਅਸੀਂ ਕਾਹਨੂੰ ਪਾੜਨਾ, ਉਹੀ ਪਾੜੇਗਾ ਤੇਰਾ ਢਿੱਡ ਤੇ ਆਪਣੀਆਂ ਜੜ੍ਹਾਂ ਆਪੇ ਹੀ ਪੁੱਟੇਗਾ ਤੇਰੇ ਢਿੱਡ 'ਚ ਜਿਹੜੀਆਂ ਲੱਗੀਆਂ ਨੇ ਪੱਕੀਆਂ। ਤਬ ਤੁਮ ਹੀ ਤੈ ਜਰਾਂ ਉਖਾਰੋ, ਤੇਰਾ ਢਿੱਡ ਪਾੜੇਗਾ ਨਾ ਆ ਕੇ। ਤੇ ਮਹਾਰਾਜ ਜੀ ਕਹਿੰਦੇ ਸੋਢੀ ਕੌਲ ਜੀ ਉਦੋਂ ਤੁਸੀਂ ਆਪ ਹੀ ਕਹੋਗੇ ਇਹਦੀਆਂ ਜੜ੍ਹਾਂ ਮੇਰੇ ਢਿੱਡ 'ਚੋਂ ਪੁੱਟੀਆਂ ਜਾਣ। ਜਦੋਂ ਆ ਕੇ ਤੁਹਾਡਾ ਢਿੱਡੋਂ ਪਾੜੇਗਾ ਤੁਸੀਂ ਖੁਦ ਆਪ ਹੀ ਉਹਦੀਆਂ ਜੜ੍ਹਾਂ ਆਪਣੇ ਢਿੱਡੋਂ ਪੁੱਟੋਗੇ। ਜਿਸ ਰੱਛਾ ਹਿਤ ਯਤਨ ਬਨਾਵੋ, ਇਹਦੀ ਰੱਖਿਆ ਕਰਨ ਵਾਸਤੇ ਤੁਸੀਂ ਇਹ ਯਤਨ ਕਰ ਰਹੇ ਹੋ। ਤਿਸ ਕੋ ਨਾਸ਼ ਕਰਤੀ ਉਤਲਾਵੋ, ਉਹਨੂੰ ਨਾਸ਼ ਕਰਨ ਲਈ ਤੁਸੀਂ ਕਾਹਲੇ ਪਵੋਗੇ, ਤੁਸੀਂ ਖੁਦ ਆਪ ਹੀ ਉਹਦਾ ਨਾਸ਼ ਕਰੋਗੇ। ਸੁਨਤ ਕੋਲ ਸਰਾਪੇ ਬਿਸਮਾਇਓ, ਕੌਲ ਨੇ ਜਦੋਂ ਮਹਾਰਾਜ ਜੀ ਦੇ ਬਚਨ ਸੁਣੇ ਇੱਕਦਮ ਹੈਰਾਨ ਹੋ ਗਿਆ। ਪਇਓ ਮੋਹ ਪੀ ਭਲੋ ਬਚਾਇਓ, ਚੰਗਾ ਮੈਂ ਉਹਨੂੰ ਬਚਾਉਣ ਲੱਗਾ ਸੀ ਉਲਟਾ ਮੇਰਾ ਵੀ ਨਾਲ ਨੁਕਸਾਨ ਹੋ ਗਿਆ ਵੀ ਮੈਂ ਚੰਗਾ ਉਹਨੂੰ ਬਚਾਉਣ ਚੱਲਿਆ ਸੀ। ਤਦੇ ਗੁਰਬਾਣੀ ਕਹਿੰਦੀ ਆ ਵੀ ਚੋਰ ਦੀ ਆਮਾ ਨਹੀਂ ਭਰਨੀ ਚਾਹੀਏ। ਨੈ ਸਨਮੁਖ ਪੁਨ ਕਛੂ ਚਾਰਾ, ਹੁਣ ਮੈਂ ਸਨਮੁਖ ਬੈਠਾ ਹੁਣ ਕੋਈ ਚਾਰਾ ਨਹੀਂ। ਭੀਮ ਸਰਾਪ ਤੇ ਡਰੋਰ ਤਾਰਾ, ਇੱਕਦਮ ਇਹਦਾ ਮਨ ਡਰ ਗਿਆ ਵੀ ਜੇ ਹੁਣ ਮੈਂ ਕੁਝ ਹੋਰ ਬੋਲਿਆ ਤੇ ਅੱਗੋਂ ਹੋਰ ਬਚਨ ਆ ਜਾਣਾ।
ਇਹਦੇ ਨਾਲੋਂ ਚੰਗਾ ਚੁੱਪ ਹੀ ਵੱਟ ਲਈਏ। ਮਹਾਂਪੁਰਸ਼ਾਂ ਅੱਗੇ ਭੈ ਦੇ ਨਾਲ ਚੁੱਪ ਨਾਲ ਹੀ ਰਹੀਏ ਸਤਿਗੁਰਾਂ ਅੱਗੇ। ਸੋਚਤ ਗਇਓ ਆਪਨੇ ਭਵ ਨੂੰ। ਇਹ ਸੋਚਦਾ ਵੀ ਮੈਂ ਚੰਗਾ ਕਪੂਰੇ ਨੂੰ ਬਚਾਉਂਦਾ ਆਪਣੀਆਂ ਵੀ ਜੜ੍ਹਾਂ ਪਟਾ ਬੈਠਾ, ਆਪਣਾ ਵੀ ਪੇਟ ਪੜਾ ਬੈਠਾ ਹਾਂ। ਮਨ 'ਚ ਬੜਾ ਪਛਤਾਵਾ ਕਰਦਾ ਵੀ ਮੈਂ ਕਾਹਨੂੰ ਬੋਲਣਾ ਸੀ ਅੱਗੇ। ਏਦਾਂ ਸੋਢੀ ਕੌਲ ਜੀ ਮਨ 'ਚ ਪਛਤਾਵਾ ਕਰਦੇ ਮੁੜੇ। ਬਾਕ ਨਾ ਮਿਟੇ ਬਨੇ ਬਿਦ ਕਵਨੂ। ਜਾਣਦੇ ਨੇ ਕਿ ਗੁਰੂ ਸਾਹਿਬ ਨੇ ਜਿਹੜੇ ਬਚਨ ਕਹੇ ਨੇ ਉਹ ਤਾਂ ਹੋਣੇ ਹੀ ਹੋਣੇ ਨੇ, ਉਹ ਭਵਿੱਖਤ ਬਚਨ ਹਨ, ਉਹ ਵਰਤਣੇ ਹੀ ਵਰਤਣੇ ਨੇ, ਉਹ ਮਿਟ ਨਹੀਂ ਸਕਦੇ। ਮੋਏ ਪੇਟ ਕੋ ਸੋ ਕਿਮ ਫਾਰੇ। ਪਰ ਸੋਚਦਾ ਵੀ ਉਹ ਤਾਂ ਮੇਰਾ ਚੇਲਾ, ਮੇਰਾ ਢਿੱਡ ਪਾੜੇਗਾ ਕਿਵੇਂ। ਸੋਚਦਾ ਵੀ ਉਹ ਤਾਂ ਮੇਰਾ ਚੇਲਾ ਹੈ, ਉਹ ਮੇਰਾ ਢਿੱਡ ਕਿਵੇਂ ਪਾੜੇਗਾ। ਇਤਿਆਦਿਕ ਬੋ ਗਟੀ ਵਿਚਾਰੇ। ਇਹ ਤਾਂ ਸੋਚੀ ਜਾਂਦੇ ਸੋਢੀ ਕੌਲ ਜੀ ਮਨ ਹੀ ਮਨ ਗਿਣਤੀਆਂ ਗਿਣਦੇ ਨੇ। ਸੁਪਤ ਜਥਾ ਸੁਖ ਰਾਤ ਬਿਤਾਈ। ਸੁਖ ਨਾਲੇ ਨੇ ਰਾਤ ਬਤੀਤ ਕੀਤੀ ਪਰ ਮਨ 'ਚ ਚਿੰਤਾ ਹੈ। ਸੋਚ ਇਸ਼ਨਾਨ ਪ੍ਰਾਤ ਹੋਏ ਆਈ। ਅਗਲਾ ਦਿਨ ਚੜਿਆ ਸੋਚ ਇਸ਼ਨਾਨ ਕੀਤਾ। ਔਰ ਕੋਲ ਪੋਸ਼ਿਸ਼ ਕਰ ਤਿਆਰੀ। ਸੋਢੀ ਕੌਲ ਨੇ ਇੱਕ ਪੁਸ਼ਾਕ ਮਹਾਰਾਜ ਜੀ ਲਈ ਤਿਆਰ ਕੀਤੀ। ਸੂਖਮ ਸੇਤ ਬਸਤਰ ਮੁੱਲ ਭਾਰੀ। ਸੂਖਮ ਚਿੱਟੇ ਧਾਗੇ ਦੀ ਬਣੀ ਹੋਈ ਚਿੱਟੀ ਪੁਸ਼ਾਕ ਸੀ। ਲੈ ਕਰ ਚੱਲ ਆਇਓ ਚਿਤ ਚਿੰਤਾ। ਸਤਿਗੁਰੂ ਜੀ ਦੇ ਪਾਸ ਮਨ 'ਚ ਚਿੰਤਾ ਰੱਖ ਕੇ ਆਇਆ। ਬੈਠੇ ਨਿਕਟ ਹੋਏ ਭਗਵੰਤਾ। ਜਗਤ ਗੁਰੂ ਪਾਤਸ਼ਾਹ ਜੀ ਦੇ ਕੋਲ ਸੋਢੀ ਕੌਲ ਜੀ ਪੁਸ਼ਾਕ ਲੈ ਕੇ ਆ ਕੇ ਬੈਠ ਗਏ। ਅਰਪਨ ਕਰੇ ਬਸਤਰ ਬਚ ਪਾਖੋ। ਮਹਾਰਾਜ ਜੀ ਦੇ ਚਰਨਾਂ 'ਚ ਚਿੱਟੇ ਰੰਗ ਦੇ ਬਸਤਰ ਭੇਟ ਕੀਤੇ। ਅਬ ਨੀਲਾਂਬਰ ਕੋ ਨੈ ਰਾਖੋ। ਮਹਾਰਾਜ ਜੀ ਨੇ ਨੀਲੇ ਬਸਤਰ ਪਾਏ ਹੋਏ ਕਹਿਣ ਲੱਗਾ ਮਹਾਰਾਜ ਇਹ ਨੀਲੇ ਬਸਤਰ ਹੁਣ ਨਾ ਧਾਰਨ ਕਰੋ ਆਪ ਜੀ। ਬਿਸਦ ਪੈਰ ਕਰ ਭਲੇ ਸੁਹਾਵੋ। ਚਿੱਟੇ ਰੰਗ ਦੇ ਬਸਤਰ ਆਪ ਜੀ ਸਰੀਰ ਤੇ ਧਾਰਨ ਕਰ ਲਵੋ। ਪੂਰ ਬਲੀ ਰੀਤਨ ਬਿਸਰਾਵੋ। ਔਰ ਜਿਹੜੀ ਰੀਤ ਆਪ ਜੀ ਨੇ ਨੀਲੇ ਬਸਤਰ ਕਿਉਂਕਿ ਧਾਰਨ ਕਰਕੇ ਆਪ ਜੀ ਉੱਚ ਦੇ ਪੀਰ ਬਣ ਕੇ ਚੱਲੇ ਸੋ, ਤੇ ਨੀਲਾ ਬਸਤਰ ਹੁਣ ਵੀ ਆਪ ਜੀ ਨੇ ਪਾਇਆ ਹੋਇਆ ਹੈ। ਇਹਨੂੰ ਮਹਾਰਾਜ ਜੀ ਤਿਆਗ ਕੇ ਆਪ ਜੀ ਹੁਣੇ ਸਫੇਦ ਰੰਗ ਦੇ ਬਸਤਰ ਧਾਰਨ ਕਰੋ। ਸ਼੍ਰੀ ਮੁਖ ਬੋਲੇ ਕਯੋ ਤੁਹਾਰੋ। ਸੁਣ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਤੁਹਾਡਾ ਕਹਿਆ ਮੰਨਦੇ ਹਾਂ। ਹਮਨੇ ਪਲਟਤ ਹਿਰਦੇ ਵਿਚਾਰੋ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਾਂ ਉਹਨੇ ਪਲਟਦੇ ਹਾਂ ਇਸ ਨੂੰ। ਲੈ ਕਰ ਪੈਰੇ ਸਰਬ ਸਰੀਰ। ਇਹਨਾਂ ਵੱਲੋਂ ਭੇਟਾ ਕੀਤੀ ਹੋਈ ਪੁਸ਼ਾਕ ਮਹਾਰਾਜ ਜੀ ਨੇ ਪ੍ਰਵਾਨ ਕੀਤੀ ਤੇ ਸਰੀਰ ਤੇ ਧਾਰਨ ਕੀਤੀ। ਕਰੇ ਉਤਾਰਨ ਨੀਲੇ ਚੀਰ। ਪਰ ਨੀਲੇ ਰੰਗ ਦੇ ਜਿਹੜੇ ਬਸਤਰ ਸਤਿਗੁਰਾਂ ਪਾਏ ਸਨ ਉਹ ਉਤਾਰੇ ਹਨ। ਬੈਠੇ ਬਹੁਤ ਤਿਸੀ ਅਸਥਾਨ। ਉਸੇ ਸਥਾਨ ਤੇ ਕਲਗੀਧਰ ਪਾਤਸ਼ਾਹ ਜੀ ਬੈਠੇ ਸਫੇਦ ਰੰਗ ਦੀ ਪੁਸ਼ਾਕ ਪਹਿਨ ਕੇ। ਏਤਕ ਸਿੰਘਨ ਲਗਿਓ ਦੀਵਾਨ। ਕੋਟਕ ਸਿੰਘਾਂ ਦਾ ਸਤਿਗੁਰਾਂ ਦੇ ਦਰਬਾਰ 'ਚ ਦੀਵਾਨ ਲੱਗਾ ਹੋਇਆ ਹੈ। ਹਾਂਜੀ। ਕੋਲ ਪੁੱਤਰ ਪੋਤਰੇ ਜੁਤ ਸਭੇ। ਸੋਢੀ ਕੌਲ ਜੀ ਆਪਣੇ ਪੁੱਤਰਾਂ ਤੇ ਪੋਤਰਿਆਂ ਸਮੇਤ ਬੈਠੇ ਹਨ। ਔਰ ਜਨ ਗਨ ਅਵਲੋਕ ਕਹਿ ਤਬੇ। ਨਗਰ ਦੇ ਹੋਰ ਵੀ ਕੁਝ ਪ੍ਰਾਣੀ ਆ ਕੇ ਸਤਿਗੁਰੂ ਜੀ ਦੇ ਦਰਸ਼ਨ ਦਿਦਾਰੇ ਕਰਦੇ ਹਨ। ਜਵਲਤ ਅੰਗੀਠਾ ਅਗਨਿ ਅਗਾਰੀ। ਮਹਾਰਾਜ ਜੀ ਦੇ ਨੇੜੇ ਅੱਗ ਦਾ ਅੰਗੀਠਾ ਬਲਦਾ ਸੀ। ਨੀਲਾਂਬਰ ਲੈ ਹਾਥ ਮਜਾਰੀ। ਤੇ ਨੀਲੇ ਰੰਗ ਦਾ ਜਿਹੜਾ ਉਹ ਮਹਾਰਾਜ ਜੀ ਦਾ ਬਸਤਰ ਲਾਏ ਨੇ ਸਤਿਗੁਰਾਂ ਨੇ ਉਹ ਆਪਣੇ ਹੱਥਾਂ 'ਚ ਲੈ ਕੇ। ਲੀਰ ਪਾੜ ਕਰ ਤਿਸ ਤੇ ਸਤਗੁਰ। ਉਹਦੀ ਇੱਕ ਲੀਰ ਪਾੜ ਕੇ ਨਾ ਮਹਾਰਾਜ ਜੀ ਨੇ ਨੀਲੇ ਰੰਗ ਦੀ ਸ਼੍ਰੀ ਮੁਖ ਤੇ ਤੁਕ ਏਵ ਉਚਰ ਕਰ। ਪਾੜ ਕੇ ਲੀਰ ਉਹਦੀ ਤੇ ਸਤਿਗੁਰੂ ਜੀ ਨੇ ਆਪਣੇ ਮੁਖੋਂ ਏਦਾਂ ਪੰਕਤੀ ਉਚਾਰਨ ਕੀਤੀ। ਛੰਦ ਨੀਲ ਬਸਤਰ ਲੈ ਕੱਪੜੇ ਫਾੜੇ। ਤੁਰਕ ਪਠਾਣੀ ਅਮਲ ਗਿਆ। ਪਾਤਸ਼ਾਹ ਨੇ ਬਚਨ ਉਚਾਰਨ ਕੀਤਾ ਕਿ ਨੀਲੇ ਰੰਗ ਦੇ ਬਸਤਰ ਲੈ ਕੇ ਕੱਪੜੇ ਅਸੀਂ ਪਾੜ ਦਿੱਤੇ ਨੇ ਤੇ ਤੁਰਖਾਂ ਤੇ ਪਠਾਣਾ ਦਾ ਜਿਹੜਾ ਅਮਲ ਸੀ ਰਾਜ ਹੁਣ ਉਹ ਗਿਆ। ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤਾ ਸੀ ਕਿ ਨੀਲੇ ਰੰਗ ਦੇ ਬਸਤਰ ਪਹਿਨ ਕੇ ਤੁਰਕਾਂ ਨੇ ਆਪਣਾ ਰਾਜ ਕਾਇਮ ਕਰ ਲਿਆ। ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ। ਉਹਨਾਂ ਨੇ ਆਪਣਾ ਹੁਕਮ ਚਲਾਇਆ ਤੇ ਕਲਗੀਧਰ ਜੀ ਦੇ 10ਵੇਂ ਜਾਮੇ 'ਚ ਨੀਲੇ ਰੰਗ ਦੇ ਕੱਪੜੇ ਦੀ ਲੀਰ ਪਾੜ ਕੇ ਆਖਿਆ ਕਿ ਅਸੀਂ ਇਹ ਨੀਲੇ ਰੰਗ ਦੇ ਕੱਪੜੇ ਪਾੜ ਕੇ ਹੁਣ ਕਹਿ ਦਿੱਤਾ ਕਿ ਤੁਰਕਾਂ ਦਾ ਜਿਹੜਾ ਰਾਜ ਸੀ ਅਮਲ ਸੀ ਹੁਣ ਉਹ ਚਲਾ ਗਿਆ। ਇਹ ਬਚਨ ਗੁਰੂ ਕਲਗੀਧਰ ਜੀ ਨੇ ਉਚਾਰਨ ਕੀਤੇ। ਪਟ ਕਰ ਤਤ ਛਿਨ
ਪਟ ਕਰ ਤਤ ਛਿਨ ਲੀਰ ਜੋ ਕਰ ਮੈਂ। ਏਦਾਂ ਪੜ ਕੇ ਤਤ ਛਿਨ ਜਿਹੜੀ ਸਤਿਗੁਰਾਂ ਦੇ ਹੱਥ ਵਿੱਚ ਉਹ ਲੀਰ ਸੀ, ਅਗਨ ਵਿਕੇ ਪਟ ਡਾਰ ਦਿਆ। ਉਹ ਮਹਾਰਾਜ ਜੀ ਨੇ ਜਿਹੜੇ ਨੀਲੇ ਰੰਗ ਦੇ ਕੱਪੜੇ ਸਨ ਉਹ ਅੱਗ ਦੇ ਅੰਗੀਠੇ ਦੇ ਵਿੱਚ ਜਿਹੜੀ ਬਲਦੀ ਸੀ ਕੋਲ ਅੱਗ ਉਹਦੇ ਵਿੱਚ ਪਾ ਕੇ ਸਾੜ ਦਿੱਤੇ। ਉਹਨੇ ਪਾੜ ਕਰ ਤਿਮਹੀ ਪਟ ਕਰ। ਏਦਾਂ ਪਾੜਦੇ ਐ, ਪਾੜ ਕੇ ਉਹਦੀ ਲੀਰ ਏਦਾਂ ਅੱਗ 'ਚ ਸੁੱਟ ਦਿੰਦੇ ਐ। ਫਿਰ ਇਹ ਪੰਕਤੀ ਦੁਬਾਰਾ ਪੜਦੇ, ਨੀਲ ਬਸਤਰ ਲੈ ਕੱਪੜੇ ਫਾੜੇ ਤੁਰਕ ਪਠਾਣੀ ਅਮਲ ਗਿਆ। ਫਿਰ ਲੀਰ ਪਾੜਦੇ ਅੱਗ 'ਚ ਸੁੱਟਦੇ, ਫਿਰ ਇਹੀ ਪੰਕਤੀ ਪੜਦੇ ਹਨ, ਪਾਵਕ ਪਾਵਤ ਛਾਰ ਕਿਆ। ਏਦਾਂ ਪਾੜਦਿਆਂ ਸਾਰਾ ਕੱਪੜਾ ਮਹਾਰਾਜ ਪਾੜ ਕੇ ਲੀੜ ਸਾੜੀ ਜਾਂਦੇ ਨੇ ਔਰ ਮੁੱਖੋਂ ਇਹ ਬਚਨ ਕਰੀ ਜਾਂਦੇ ਹਨ, ਚੀਰਤ ਚੀਰ ਕਰਤ ਲਗੂ ਲਗੂ ਕੋ। ਛੋਟਾ ਛੋਟਾ ਪਾੜ ਕੇ ਨਾ ਕੱਪੜਾ ਲੀਰ ਜੀ ਬਣਾ ਕੇ ਮਹਾਰਾਜ ਜੀ ਏਦਾਂ ਅੱਗ 'ਚ ਸਾੜਦੇ। ਨਾਲੇ ਪੰਕਤੀ ਪੜ ਦਿੰਦੇ, ਨੀਲ ਬਸਤਰ ਲੈ ਕੱਪੜੇ ਫਾੜੇ ਤੁਰਕ ਪਠਾਣੀ ਅਮਲ ਗਿਆ। ਫਿਰ ਲੀਰ ਪਾੜਦੇ ਆ, ਪਾੜ ਕੇ ਅੱਗ 'ਚ ਸੁੱਟਦੇ ਆ, ਫਿਰ ਇਹੀ ਪੰਕਤੀ ਪੜਦੇ ਹਨ, ਅਚਰਜ ਸਭ ਕੇ ਹਿਰਦੇ ਪਿਆ। ਜਿੰਨੇ ਸੰਗਤ ਸਿੰਘ ਬੈਠੇ ਸਾਰੇ ਬੜੇ ਹੈਰਾਨ ਹੋ ਰਹੇ ਨੇ ਕਲਗੀਧਰ ਜੀ ਦਾ ਇਹ ਚੋਜ ਵੇਖ ਕੇ। ਸੁਨਤ ਬਚਨ ਅਰ ਕਿਰਿਆ ਬਿਲੋਕਤ। ਗੁਰੂ ਜੀ ਦੇ ਬਚਨ ਸੁਣਦੇ ਨਾਲੇ ਮਹਾਰਾਜ ਜੀ ਦੀ ਖੇਡ ਵੇਖਦੇ ਹਨ। ਔਰ ਸੰਸੇ ਜੁਤ ਕੋਲ ਪਿਆ। ਸੋਢੀ ਕੌਲ ਜੀ ਦੇ ਮਨ 'ਚ ਵੀ ਬੈਠਿਆਂ ਸ਼ੰਕਾ ਆਇਆ, ਵਿਪਰੇ ਤੁਕ ਕੋ ਪਟ ਪਟ ਸ਼੍ਰੀ ਮੁਖ। ਜਿਹੜੀ ਪੰਕਤੀ ਗੁਰੂ ਨਾਨਕ ਸਾਹਿਬ ਨੇ ਉਚਾਰੀ ਆ ਰਾਗ ਆਸਾ ਦੇ ਵਿੱਚ, ਉਹ ਮਹਾਰਾਜ ਜੀ ਦੀ ਪੰਕਤੀ ਤੋਂ ਉਲਟ ਪੰਕਤੀ ਗੁਰੂ ਨਾਨਕ ਸਾਹਿਬ ਦੀ ਗੁਰੂ ਕਲਗੀਧਰ ਜੀ ਪੜ ਰਹੇ ਨੇ। ਪਾਰ ਪਾਰ ਪਟ ਜਾਰ ਦਿਆ। ਬਾਰ-ਬਾਰ ਪੜ ਕੇ ਕੱਪੜੇ ਸਾੜ ਰਹੇ ਨੇ ਨੀਲੇ ਰੰਗ ਦੇ। ਸਗਲੋ ਫੂਕ ਚੁਕੇ ਨੀਲਾਂਬਰ। ਸਾਰਾ ਕੱਪੜਾ ਮਹਾਰਾਜ ਜੀ ਨੇ ਸਾੜ ਦਿੱਤਾ ਨੀਲੇ ਰੰਗ ਦਾ। ਤਨਕ ਤਿਸੀ ਤੇ ਰਾਖ ਲਿਆ। ਉਹਦੇ ਚੋਂ ਇੱਕ ਛੋਟੀ ਜੀ ਲੀਰ ਮਹਾਰਾਜ ਜੀ ਨੇ ਰੱਖ ਲਈ। ਜਮਦਰ ਸੰਗ ਬਾਂਧ ਕਰ ਸੋ। ਉਹ ਮਹਾਰਾਜ ਜੀ ਨੇ ਆਪਣੀ ਕਟਾਰ ਦੇ ਨਾਲ ਬੰਨ ਲਈ। ਪੰਥ ਵੇਖ ਇਤ ਸਭ ਨੇ ਛਿਆ। ਔਰ ਮਹਾਰਾਜ ਜੀ ਨੇ ਆਖਿਆ, ਨੀਲੇ ਰੰਗ ਦੇ ਬਸਤਰਾਂ ਵਾਲਾ ਮੇਰਾ ਪੰਥ ਸੰਸਾਰ ਵਿੱਚ ਉਜਾਗਰ ਹੋਵੇਗਾ। ਇਸੇ ਕਰਕੇ ਸਿਰ ਤੇ ਦਸਤਾਰ ਨੀਲੀ ਦੀ ਮਰਿਆਦਾ ਪੰਥ ਦੀ, ਕੇਸਰੀ ਨੀਲੀ ਦਸਤਾਰ ਦੀ। ਅੱਗੇ ਕਥਾ ਆਉਣੀ ਆ ਬਗਸਰ ਸਾਹਿਬ ਦੀ। ਉੱਥੇ ਮਹਾਰਾਜ ਜੀ ਨੂੰ ਸਿੱਖਾਂ ਬੇਨਤੀ ਕੀਤੀ, ਸਤਿਗੁਰੂ ਇੱਕ ਵਾਰੀ ਫੇਰ ਆਪ ਜੀ ਨੀਲੇ ਰੰਗ ਦੇ ਬਸਤਰ ਧਾਰਨ ਕਰਕੇ ਸਾਨੂੰ ਮਰਿਆਦਾ ਵਿਖਾਓ ਕਿ ਆਪ ਜੀ ਕਿਵੇਂ ਉੱਚ ਦੇ ਪੀਰ ਬਣੇ ਸੋ। ਤੋ ਪਾਤਸ਼ਾਹ ਦੁਬਾਰਾ ਨੀਲੇ ਰੰਗ ਦੇ ਬਸਤਰ ਧਾਰਨ ਕੀਤੇ। ਘੋੜੇ ਸਣੇ ਜਦੋਂ ਬਗਸਰ ਸਰੋਵਰ ਵਿੱਚ ਗਏ ਤੇ ਕਹਿੰਦੇ ਘੋੜਾ ਜਿਹੜਾ ਸੀ ਉਹ ਵੀ ਨੀਲਾ ਸੀ, ਬਸਤਰ ਵੀ ਨੀਲੇ ਸਨ। ਵਿੱਚ ਪ੍ਰਵੇਸ਼ ਕਰਦਿਆਂ ਬਸਤਰ ਵੀ ਚਿੱਟੇ ਹੋ ਗਏ, ਘੋੜਾ ਵੀ ਚਿੱਟਾ ਹੋ ਗਿਆ। ਘੋੜੇ ਦੇ ਕੇਵਲ ਉੱਪਰਲੇ ਦੋ ਕੰਨ ਜਿਹੜੇ ਨੇ ਉਹ ਨੀਲੇ ਰਹੇ ਤੇ ਕਲਗੀਧਰ ਜੀ ਦੇ ਸੀਸ ਦੀ ਜਿਹੜੀ ਦਸਤਾਰ ਸੀ ਉਹ ਨੀਲੀ ਰਹੀ। ਐਸਾ ਵੀ ਇਤਿਹਾਸ ਆਉਂਦਾ ਹੈ। ਤੋ ਇਹ ਨੀਲੇ ਰੰਗ ਦੀ ਪੋਸ਼ਾਕ ਮਹਾਰਾਜ ਜੀ ਨੇ ਰੱਖ ਲਈ ਪੰਥ ਵਾਸਤੇ। ਤਦੇ ਮਹਾਰਾਜ ਜੀ ਕਹਿੰਦੇ, ਤਬ ਉੱਠੇ ਸਿੰਘ ਭੁਜੰਗੀਏ ਨੀਲੰਬਰ ਧਾਰਾ। ਨੀਲੇ ਰੰਗ ਦੇ ਬਸਤਰ ਧਾਰਨ ਕਰਕੇ ਮੇਰੇ ਭੁਜੰਗੀ ਸਿੰਘ ਪੈਦਾ ਹੋਣਗੇ। ਇਸੇ ਕਰਕੇ ਨਿਹੰਗਾਂ ਸਿੰਘਾਂ ਦੀਆਂ ਜਥੇਬੰਦੀਆਂ ਦੇ ਵਿੱਚ ਹੁਣ ਵੀ ਪਰੰਪਰਾ ਮਰਿਆਦਾ ਗੁਰੂ ਕਲਗੀਧਰ ਜੀ ਦੀ ਨੀਲੇ ਰੰਗ ਦੇ ਬਾਣੇ ਆਪਣੇ ਸਰੀਰਾਂ ਤੇ ਧਾਰਨ ਕਰਦੇ ਹਨ। ਨੀਲੇ ਰੰਗ ਦੀਆਂ ਦਸਤਾਰਾਂ ਸਿੰਘ ਆਪਣੇ ਸਿਰਾਂ ਤੇ ਸੀਸਾਂ ਤੇ ਸਜਾਉਂਦੇ ਹਨ। ਇਹ ਨੀਲੇ ਰੰਗ ਦੀ ਬੜੀ ਵੱਡੀ ਮਹਿਮਾ ਹੈ। ਆਕਾਸ਼ ਦਾ ਰੰਗ ਨੀਲਾ ਹੈ। ਆਕਾਸ਼ ਵਾਂਗੂ ਖੁੱਲੇ ਦਿਮਾਗ ਦੀ ਨਿਸ਼ਾਨੀ ਹੈ ਨੀਲਾ ਰੰਗ, ਕਿ ਸਿੱਖ ਆਪਣੇ ਦਿਮਾਗ ਨੂੰ ਆਕਾਸ਼ ਵਾਂਗੂ ਵਿਸ਼ਾਲ ਰੱਖਦਾ ਹੈ। ਫਿਰ ਨੀਲਾ ਰੰਗ ਆਕਾਸ਼ ਦਾ ਕਿਹਾ ਜਾਂਦਾ ਹੈ ਤੇ ਨੀਲਾ ਰੰਗ ਸ਼ਾਂਤੀ ਦਾ ਰੰਗ ਵੀ ਕਿਹਾ ਜਾਂਦਾ ਹੈ। ਕੇਸਰੀ ਰੰਗ ਕ੍ਰਾਂਤੀ ਦਾ ਹੈ ਤੇ ਜਿਹੜਾ ਨੀਲਾ ਰੰਗ ਹੈ ਇਹ ਗੁਰੂ ਖਾਲਸਾ ਜੀ ਸ਼ਾਂਤੀ ਦਾ ਰੰਗ ਹੈ। ਸ਼ਾਂਤੀ ਦਾ ਰੰਗ ਕਿ ਸਿੱਖ ਦਿਮਾਗ ਤੌਰ ਤੇ ਨੀਲੇ ਰੰਗ ਦੀ ਦਸਤਾਰ ਬੱਧੀ ਹੋਵੇ ਸਿਰ ਤੇ, ਵੀ ਦਿਮਾਗ ਦੀ ਤੌਰ ਤੇ ਸਿੱਖ ਸ਼ਾਂਤ ਰਹਿੰਦਾ ਹੈ। ਦਿਮਾਗ ਸ਼ਾਂਤ ਰਹੇ ਤੇ ਵੀਰ ਅਸੀਂ ਪ੍ਰਕਿਰਿਆ ਨਾਲ ਸਰੀਰ ਦੇ ਨਾਲ ਜੰਗ ਦੇ ਮੈਦਾਨ 'ਚ ਜੂਝਦਾ ਵੀ ਹੈ। ਪਰ ਸੀਸ ਤੇ ਦਸਤਾਰਾ ਉਹ ਨੀਲੇ ਰੰਗ ਦਾ, ਥੱਲੇ ਕੇਸਗੀ ਕਈ ਸਿੰਘ ਨੀਲੇ ਰੰਗ ਦੀ ਰੱਖਦੇ ਹਨ। ਤੋ ਇਸ ਪ੍ਰਕਾਰ ਨਾਲ ਡਾਕਟਰ ਤਾਰਨ ਸਿੰਘ ਹੋਣਾ ਨੇ ਨੀਲੇ ਰੰਗ ਦੇ ਬਾਰੇ ਬੜੀ ਸੋਹਣੀ ਵਿਆਖਿਆ ਲਿਖੀ ਹੋਈ ਹੈ, ਪੜ੍ਹਨ ਲਾਇਕ ਹੈ। ਮਹਾਰਾਜ ਜੀ ਨੇ ਇੱਕ ਨੀਲੇ ਰੰਗ ਦੀ ਲੀਰ ਰਹਿ ਗਈ ਤੇ ਉਹ ਆਪਣੀ ਕਟਾਰ ਦੇ ਨਾਲ ਬੰਨ ਲਈ। ਮਹਾਰਾਜ ਜੀ ਨੇ ਆਖਿਆ, ਇਹ ਨੀਲੇ ਰੰਗ ਦਾ ਪੰਥ ਜਿਹੜਾ ਬਸਤਰ ਧਾਰਨ ਕਰਨ ਵਾਲਾ ਮੇਰਾ ਪੰਥ ਚੱਲੇਗਾ ਨਿਹੰਗ ਸਿੰਘਾਂ ਦਾ। ਜੋ ਪਈ
ਕੈਤ ਕੋਲ ਮਮ ਉਰ ਸੰਦੇਉ। ਸੋਢੀ ਕੌਲ ਜੀ ਦੇ ਮਨ 'ਚ ਸ਼ੰਕਾ ਸੀ, ਬੋਲੇ ਕਹਿਣ ਲੱਗੇ ਸਤਿਗੁਰੂ ਜੀ ਮੇਰੇ ਮਨ 'ਚ ਸ਼ੰਕਾ ਹੈ। ਵਿਪਰੇ ਪਟੀ ਆਪ ਤੁਕ ਏਉ। ਆਪ ਜੀ ਨੇ ਪੰਕਤੀ ਉਲਟ ਪੜ੍ਹੀ ਆ ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਦੀ ਪੰਕਤੀ ਤੋਂ। ਸ਼੍ਰੀ ਨਾਨਕ ਕੋ ਬਾਕ ਅਮੇਟ। ਗੁਰੂ ਨਾਨਕ ਸਾਹਿਬ ਦੇ ਬਚਨ ਅਮੇਟ ਹਨ। ਕੋਏ ਨ ਮੋਰੇ ਮਹਾ ਸਹੇਟ। ਮਹਾਰਾਜ ਜੀ ਉਹਨਾਂ ਨੂੰ ਕੋਈ ਨਹੀਂ ਮੋੜ ਸਕਦਾ। ਵਿਪਰ ਪਠੇ ਚਾਰੂ ਵਰਣ। ਮਹਾਰਾਜ ਭਾਵੇਂ ਆਪ ਜੀ ਨੇ ਚਾਰੇ ਅੱਖਰ ਜਿਹੜੇ ਨੇ ਉਲਟੇ ਪੜ੍ਹੇ ਹਨ। ਸ਼੍ਰੀ ਹਰਿ ਰਾਏ ਸੁਨੇ ਜਬ ਕਰਨ। ਮਹਾਰਾਜ ਜਦੋਂ ਬਾਬੇ ਰਾਮ ਰਾਏ ਨੇ ਚਾਰ ਅੱਖਰ ਉਲਟ ਪੜ੍ਹੇ ਸੀ, ਉਹਨਾਂ ਨੇ ਮੁਸਲਮਾਨ ਦੀ ਥਾਂ ਤੇ ਬੇਈਮਾਨ ਕਿਹਾ ਸੀ। ਗੁਰੂ ਹਰਿ ਰਾਏ ਸਾਹਿਬ ਜੀ ਨੂੰ ਜਦੋਂ ਪਤਾ ਲੱਗਾ, ਰਾਮ ਰਾਏ ਕੋ ਤਿਆਗਿਓ ਐਸੇ। ਬਾਬੇ ਰਾਮ ਰਾਏ ਨੂੰ ਉਹਨਾਂ ਨੇ ਪੰਥ ਚੋਂ ਛੇਕ ਦਿੱਤਾ ਸੀ, ਤਿਆਗ ਦਿੱਤਾ ਸੀ ਵੀ ਤੂੰ ਗੁਰੂ ਨਾਨਕ ਸਾਹਿਬ ਦਾ ਅੱਖਰ ਬਦਲੇ ਨੇ, ਪੰਕਤੀ ਬਦਲੀ ਹੈ। ਨਿਜ ਮੁਖ ਲਗਨ ਨ ਦੀਨਸ ਕੈਸੇ। ਰਾਮ ਰਾਏ ਨੂੰ ਸਾਰੀ ਜ਼ਿੰਦਗੀ ਆਪਣੇ ਮੂੰਹ ਨਹੀਂ ਲੱਗਣ ਦਿੱਤਾ। ਨੈ ਬੈਠਾਇਸ ਗੁਰਤਾ ਗਾਦੀ। ਔਰ ਉਹਨੂੰ ਗੁਰਤਾ ਗੱਦੀ ਵੀ ਨਹੀਂ ਦਿੱਤੀ। ਸ੍ਰੀ ਹਰਿ ਕ੍ਰਿਸ਼ਨ ਭਏ ਐਲਾਦੀ। ਉਹਨਾਂ ਤੋਂ ਬਾਅਦ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੁਰਤਾ ਗੱਦੀ ਤੇ ਬੈਠੇ। ਤੁਮਨੇ ਸਗਰੀ ਤੁਕ ਉਲਟਾਈ। ਮਹਾਰਾਜ ਤੁਸੀਂ ਤਾਂ ਸਾਰੀ ਪੰਕਤੀ ਬਦਲ ਦਿੱਤੀ ਗੁਰੂ ਨਾਨਕ ਸਾਹਿਬ ਦੀ, ਉਹਨਾਂ ਕੇਵਲ ਚਾਰ ਅੱਖਰ ਬਦਲੇ ਸਨ। ਇਮ ਅਨੁਚਿਤ ਹਮ ਸਹਿ ਨ ਸਕਾਈ। ਇਹ ਬੜੀ ਅਨੁਚਿਤ ਬਾਤ ਆਪ ਜੀ ਨੇ ਕਹੀ ਹੈ, ਅਸੀਂ ਕਿਵੇਂ ਸਹੀਏ। ਸੁਨ ਕਰ ਕਿਰਪਾ ਨਿਦਾਨ ਬਖਾਨਾ। ਸੁਣ ਕੇ ਕਲਗੀਧਰ ਸਵਾਮੀ ਜੀ ਬੋਲੇ ਕਹਿਣ ਲੱਗੇ ਰਾਮ ਰਾਏ ਕਹਿ ਬੋ ਜਗ ਜਾਨਾ। ਮਹਾਰਾਜ ਜੀ ਕਹਿੰਦੇ ਰਾਮ ਰਾਏ ਦਾ ਕਹਿਣਾ ਜਿਹੜਾ ਜਗ 'ਚ ਜਾਣਿਆ ਜਾਂਦਾ ਹੈ। ਕਰਨ ਤੁਰਕੜੇ ਹੇਤ ਕੁਸ਼ਾਮਦ। ਰਾਮ ਰਾਏ ਨੇ ਤੁਰਕੜੇ ਨਰੰਗੇ ਦੀ ਸੋਭਾ ਕਰਨੀ, ਖੁਸ਼ਾਮਦ ਕਰਨ ਵਾਸਤੇ ਉਹਨੇ ਗੁਰੂ ਨਾਨਕ ਸਾਹਿਬ ਦੀ ਪੰਕਤੀ ਬਦਲੀ ਸੀ, ਤੁਰਕੜੇ ਦੀ ਸੋਭਾ ਕਰਨ ਲਈ। ਹਰ ਖਾਵਨ ਜਿਸ ਤੇ ਬਹੁ ਆਮਦ। ਰੰਗਾ ਖੁਸ਼ ਹੋਵੇਗਾ ਸੁਣ ਕੇ ਉਹਨੂੰ, ਤਾਂ ਇਹ ਪੰਕਤੀ ਉਹਨੇ ਗੁਰੂ ਨਾਨਕ ਸਾਹਿਬ ਦੀ ਬਦਲੀ ਸੀ। ਸਤਿਗੁਰ ਕੀ ਤੁਕ ਤਿਨ ਉਲਟਾਈ। ਸਤਿਗੁਰਾਂ ਦੀ ਤੁਕ ਉਹਨੇ ਉਲਟਾਈ ਸੀ ਨਰੰਗੇ ਦੀ ਖੁਸ਼ਾਮਦ ਕਰਨ ਲਈ। ਭਈ ਸਜਾਏ ਨ ਗੁਰਤਾ ਪਾਈ। ਇਸੇ ਕਰਕੇ ਉਹਨੂੰ ਸਜ਼ਾ ਮਿਲੀ, ਉਹਨੂੰ ਗੁਰਤਾ ਨਹੀਂ ਮਿਲੀ। ਹਮ ਤੋ ਇਸ ਤੁਕ ਹਿਤ ਉਲਟਾਵਨ। ਮਹਾਰਾਜ ਜੀ ਕਹਿੰਦੇ ਅਸੀਂ ਤਾਂ ਇਸ ਤੁਕ ਨੂੰ ਉਲਟਾਉਣ ਵਾਸਤੇ ਇਸ ਨੂੰ ਉਲਟਾਣ ਲਈ। ਸਕਲ ਸਮਗਰੀ ਕੀਨ ਲੁਟਾਵਨ। ਅਸੀਂ ਆਪਣਾ ਸਾਰਾ ਸਰਬੰਸ ਦਾਨ ਕਰ ਦਿੱਤਾ ਇਸ ਪੰਕਤੀ ਨੂੰ ਉਲਟਾਉਣ ਵਾਸਤੇ। ਇਹਨਾਂ ਤੁਰਕਾਂ ਦਾ ਰਾਜ, ਇਹਨਾਂ ਦਾ ਅਮਲ ਗਵਾਉਣ ਵਾਸਤੇ ਅਸੀਂ ਆਪਣਾ ਸਾਰਾ ਸਰਬੰਸ ਦਾਨ ਕੀਤਾ ਹੈ। ਚਾਰੋਂ ਪੂਤ ਦੀਏ ਇਸ ਕਾਜੂ। ਇਹ ਤਾਂ ਹੀ ਨਹੀਂ ਬਦਲੀ ਸੋਢੀ ਕੌਲ ਜੀ ਪੰਕਤੀ ਏ, ਅਸੀਂ ਆਪਣੇ ਚਾਰੇ ਪੁੱਤਰ ਕੁਰਬਾਨ ਕੀਤੇ ਹਨ। ਕੌਣ ਗਿਨੇ ਸਭ ਸਦਨ ਸਮਾਜੂ। ਕੌਣ ਗਿਣੇ ਜਿਹੜੇ ਘਰ ਦਾ ਸਾਰਾ ਸਮਾਜ ਅਸੀਂ ਆਪਣਾ ਜਿਹੜਾ ਲੁਟਾ ਦਿੱਤਾ। ਨਾਸ਼ ਕਰਿਓ ਸਰਬੰਸ ਸਮੇਤੇ। ਸਾਰਾ ਕੁਝ ਸਰਬੰਸ ਆਪਣਾ ਕੁਰਬਾਨ ਕਰ ਦਿੱਤਾ। ਅਬ ਪੀਨੇ ਉਲਟਾਵਨ ਦੇਤੇ। ਤੁਹਾਡੀ ਕੌਲ ਜੀ ਹਾਲੇ ਵੀ ਤੁਸੀਂ ਸਾਨੂੰ ਇਹ ਪੰਕਤੀ ਉਲਟਾਣ ਨਹੀਂ ਦਿੰਦੇ। ਇਸ ਪੰਕਤੀ ਨੂੰ ਉਲਟਾਣ ਖਾਤਰ ਅਸੀਂ ਆਪਣਾ ਸਾਰਾ ਸਰਬੰਸ ਦਾਨ ਕੀਤਾ। ਗੁਰੂ ਬਾਬਾ ਜੀ ਨੇ ਕਿਹਾ ਸੀ ਕਿ ਨੀਲੇ ਰੰਗ ਦੇ ਕੱਪੜੇ ਪਹਿਨ ਕੇ ਤੁਰਕਾਂ ਨੇ ਆਪਣਾ ਰਾਜ ਕੀਤਾ। ਅਸੀਂ ਕਹਿੰਦੇ ਆ ਨੀਲੇ ਰੰਗ ਦੇ ਕੱਪੜੇ ਪਾੜ ਕੇ ਅਸੀਂ ਤੁਰਕਾਂ ਦਾ ਰਾਜ ਖਤਮ ਕਰ ਦਿੱਤਾ ਹੈ। ਇਹ ਪਲਟਾਣ ਲਈ ਅਸੀਂ ਆਪਣਾ ਸਾਰਾ ਸਰਬੰਸ ਦਾਨ ਕੀਤਾ ਤੇ ਤੁਸੀਂ ਹਾਲੇ ਵੀ ਸਾਨੂੰ ਇਹ ਪੰਕਤੀ ਪਲਟਣ ਨਹੀਂ ਦਿੰਦੇ। ਸ਼੍ਰੀ ਬਾਬਾ ਨਾਨਕ ਬਚ ਪਾਖਾ। ਬਾਬਾ ਨਾਨਕ ਜੀ ਨੇ ਜਿਹੜੇ ਬਚਨ ਕਹੇ ਹਨ, ਭਇਓ ਬਿਦਤ ਜਗ ਮੇ ਸਭ ਲਾਖਾ। ਸਾਰੇ ਜਗਤ ਵਿੱਚ ਪ੍ਰਗਟ ਹੋਏ ਨੇ, ਜਾਣਦੇ ਨੇ ਲੋਕ। ਮੁਗਲ ਪਠਾਨ ਰਾਜ ਕਲੀ ਕਾਲਾ। ਕਲੀ ਕਾਲ ਦੇ ਵਿੱਚ ਨਾ ਪਠਾਣਾ ਤੇ ਮੁਗਲਾਂ ਦਾ ਰਾਜ। ਸਭ ਅਵਨੀ ਮੈਂ ਤੇਜ ਵਿਸਾਲਾ। ਧਰਤੀ ਤੇ ਇਹਨਾਂ ਦਾ ਤੇਜ ਹੈ। ਕਯੋ ਬਾਕ ਤਿਨ ਕੋ ਅਬ ਫੇਰਾ। ਉਹਨਾਂ ਦੇ ਕਹੇ ਬਚਨ ਹੁਣ ਅਸੀਂ ਉਲਟਾਏ ਨੇ, ਕਿਉਂਕਿ ਬਾਬੇ ਰਾਮ ਰਾਏ ਨੂੰ ਹੱਕ ਨਹੀਂ ਹੈ, ਕਿਉਂਕਿ ਉਹ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਨਹੀਂ ਹਨ। ਇੱਕ ਗੱਲ ਇਹ ਵੀ ਸੁਣ ਲਓ, ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਉਹਨਾਂ ਨੂੰ ਹੱਕ ਹੈ ਗੁਰੂ ਬਾਬੇ ਦੀ ਇਸ ਪੰਕਤੀ ਨੂੰ ਬਦਲਣ ਦਾ। ਉਹ ਬਦਲ ਵੀ ਸਕਦੇ ਨੇ, ਪਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਬਦਲੀ। ਜਦੋਂ ਦਮਦਮਾ ਸਾਹਿਬ ਉੱਥੇ ਨਹੀਂ ਬਦਲੀ, ਪਰ ਜੋ ਬਦਲਣਾ ਵੀ ਚਾਹਣ ਤੇ ਉਹਨਾਂ ਨੂੰ ਹੱਕ ਹੈ, ਕਿਉਂਕਿ ਉਹ ਖੁਦ
ਆਪ ਗੁਰੂ ਨੇ, ਕਿਉਂਕਿ ਨੌਵੇਂ ਪਾਤਸ਼ਾਹ ਦੀ ਜੇ ਬਾਣੀ ਉਹ ਦਰਜ ਕਰ ਸਕਦੇ ਗੁਰੂ ਗ੍ਰੰਥ ਸਾਹਿਬ ਵਿੱਚ, ਨੌਵੇਂ ਪਾਤਸ਼ਾਹ ਦੀ ਬਾਣੀ ਨੂੰ ਦਰਜ ਕਰ, ਤੂੰ ਆਪ ਆਪਣੀ ਬਾਣੀ ਵੀ ਲਿਖ ਸਕਦੇ ਹਨ, ਪਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਬਦਲੀ। ਪਰ ਜੇ ਬਦਲ ਵੀ ਦਿੰਦੇ ਤੇ ਉਹਨਾਂ ਤੇ ਕਿੰਤੂ ਨਹੀਂ ਹੈ, ਕਿਉਂਕਿ ਉਹ ਗੁਰੂ ਨੇ। ਬਾਬਾ ਰਾਮ ਰਾਏ ਗੁਰੂ ਨਹੀਂ ਹੈ, ਇਸ ਕਰਕੇ ਉਹਨੂੰ ਬਦਲਣ ਦਾ ਹੱਕ ਨਹੀਂ ਹੈ। ਭਾਵੇਂ ਕੋਈ ਸਿੱਖ ਹੈ ਤੇ ਬੜੀ ਉੱਚੀ ਪਦਵੀ ਦੇ ਉੱਤੇ ਬੈਠਾ ਹੋਵੇ, ਸਿੱਖਾਂ ਵਿੱਚ ਉੱਚੇ ਮਰਤਬੇ ਤੇ ਬੈਠਾ ਹੋਵੇ, ਕਿਸੇ ਸਿੱਖ ਨੂੰ ਵੀ ਹੱਕ ਨਹੀਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਈ ਪੰਕਤੀ, ਕੋਈ ਅੱਖਰ, ਕੋਈ ਲਗ ਮਾਤਰ ਆਪਣੀ ਮਰਜ਼ੀ ਨਾਲ ਬਦਲ ਸਕੇ। ਇਹ ਹੱਕ ਨਹੀਂ ਹੈ। ਇਹ ਹੱਕ ਕੇਵਲ ਗੁਰੂ ਸਾਹਿਬ ਕੋਲ ਹੈ। ਇਹ ਹੱਕ ਕੇਵਲ ਗੁਰੂ ਪਾਤਸ਼ਾਹ ਦੇ ਕੋਲ ਰਾਖਵਾਂ ਹੈ। ਹੋਇਆ ਸੀ ਇੱਕ ਸਮੇਂ ਐਸਾ ਰੌਲਾ ਪਿਆ ਸੀ, ਕਹਿੰਦੇ ਜੀ ਸਾਰੇ ਮੰਗਲ ਪਹਿਲਾਂ ਲਿਖ ਦਿੱਤੇ ਜਾਣ ਉੱਪਰ, ਕਿਉਂਕਿ ਕਈ ਥਾਵਾਂ ਤੇ ਉੱਪਰ ਰਾਗ ਲਿਖ ਕੇ ਫਿਰ ਸਿਰਲੇਖ ਦੇ ਕੇ ਫਿਰ ਮੰਗਲ ਲਿਖਿਆ ਹੋਇਆ। ਕਈ ਥਾਵਾਂ ਤੇ ਮੰਗਲ ਪਹਿਲਾਂ ਨੇ, ਬਾਅਦ ਚ ਜਿਵੇਂ ਰਾਗ ਬਿਲਾਵਲ ਲਿਖ ਦਿੱਤਾ ਉਹ ਬਾਅਦ ਵਿੱਚ ਸਿਰਲੇਖ। ਕਹਿੰਦੇ ਜੀ ਸਾਰੇ ਸਿਰਲੇਖ ਉੱਤੇ ਕਰ ਦਈਏ। ਪੰਥ ਨੇ ਇਕਜੁੱਟ ਹੋ ਕੇ ਜਵਾਬ ਦਿੱਤਾ, ਨਹੀਂ, ਜਿਵੇਂ ਗੁਰੂ ਪਾਤਸ਼ਾਹ ਨੇ ਲਿਖਿਆ ਉਸੇ ਤਰ੍ਹਾਂ ਹੀ ਲਿਖਿਆ ਰਹੇਗਾ, ਇਹਨੂੰ ਕਿਸੇ ਨੂੰ ਬਦਲਣ ਦਾ ਹੱਕ ਨਹੀਂ ਹੈ। ਤੇਜਾ ਸਿੰਘ ਪਸੌੜੀਏ ਨੇ ਯਤਨ ਕੀਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਉਹਨੇ ਸੈਂਚੀਆਂ ਬਣਾਈਆਂ, ਭਾਗ ਬਣਾਏ, ਰਾਗਮਾਲਾ ਤੋਂ ਬਿਨਾਂ ਛਾਪਣ ਦਾ ਯਤਨ ਕੀਤਾ ਵੀ ਰਾਗਮਾਲਾ ਵਿੱਚ ਦਰਜ ਨਹੀਂ ਕਰਨੀ। ਹੁਕਮ ਹੋਇਆ ਅਕਾਲ ਤਖਤ ਸਾਹਿਬ ਤੋਂ, ਤੇਜਾ ਸਿੰਘ ਪਸੌੜੀਏ ਨੂੰ ਪੰਥ ਚੋਂ ਛੇਕ ਦਿੱਤਾ ਗਿਆ, ਇਸ ਮਲੇਛ ਨੂੰ ਕਿਸੇ ਨੇ ਮੂੰਹ ਨਹੀਂ ਲਾਣਾ। ਇਹਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਦਲਣ ਦਾ ਯਤਨ ਕੀਤਾ ਹੈ। ਇਹ ਕਿਸੇ ਸਿੱਖ ਨੂੰ ਹੱਕ ਨਹੀਂ। ਪਰ ਜੇ ਕਲਗੀਧਰ ਬਦਲਣਾ ਚਾਹਣ ਬਦਲ ਵੀ ਸਕਦੇ ਨੇ, ਪਰ ਪਾਤਸ਼ਾਹ ਕਹਿੰਦੇ ਮੈਂ ਤਾਂ ਇਹਨੂੰ ਬਦਲਣ ਵਾਸਤੇ ਆਪਣਾ ਸਾਰਾ ਕੁਝ ਹੀ ਕੁਰਬਾਨ ਕੀਤਾ ਕੌਲ ਜੀ, ਤੇ ਤੁਸੀਂ ਹਾਲੇ ਵੀ ਸਾਨੂੰ ਰੋਕਦੇ ਹੋ। ਪਰ ਉਹਨਾਂ ਗੁਰੂ ਗ੍ਰੰਥ ਸਾਹਿਬ ਚ ਨਹੀਂ ਬਦਲਿਆ, ਕੇਵਲ ਉਚਾਰਣੇ ਮਾਤਰ ਵਿੱਚ ਕਿਹਾ ਹੈ, ਕਯੋ ਬਾਕ ਤਿਨ ਕੋ ਅਬ ਫੇਰਾ। ਕਹਿੰਦੇ ਇਹ ਬਚਨ ਉਹਨਾਂ ਦਾ ਹੁਣ ਅਸੀਂ ਇਸ ਤਰ੍ਹਾਂ ਪਲਟਿਆ ਹੈ, ਜਿਸ ਤੇ ਤੁਰਕਨ ਮੂਲ ਉਖੇਰਾ। ਇਹਦੇ ਨਾਲ ਇਹਨਾਂ ਮਲੇਛਾਂ ਦੀ ਜੜ ਪੁੱਟੀ ਹੈ। ਰਾਖੀ ਹਿੰਦੂਆਂ ਕੀ ਵਡਿਆਈ। ਔਰ ਹਿੰਦ ਧਰਮ ਜਿਹੜਾ ਹਿੰਦੁਸਤਾਨ ਚ ਗਰਕ ਹੋ ਰਿਹਾ ਸੀ, ਉਹਨਾਂ ਨੂੰ ਵੀ ਰੱਖ ਲਿਆ ਹੈ। ਪਇਓ ਧਰਮ ਥਿਰ ਕਿਉਂ ਹੋ ਨਾ ਜਾਈ। ਹੁਣ ਧਰਮ ਭਲਾ ਕਿਉਂ ਨਾ ਥਿਰ ਹੋਵੇ। ਪੰਥ ਖਾਲਸਾ ਉਤਪਤ ਹੋਆ। ਮੇਰਾ ਖਾਲਸਾ ਪੰਥ ਹੁਣ ਉਤਪੰਨ ਹੋ ਗਿਆ, ਦੋਹਾਂ ਮਜ਼ਹਬਾਂ ਤੋਂ, ਹਿੰਦੂ ਮੁਸਲਮਾਨਾਂ ਤੋਂ ਨਿਆਰਾ। ਤੁਰਕ ਪ੍ਰਤਾਪ ਉਲਟ ਬਚ ਖੋਆ। ਤੇ ਤੁਰਕਾਂ ਦਾ ਪ੍ਰਤਾਪ ਉਲਟ ਕੇ ਆਪਣੇ ਬਚਨ ਨਾਲ ਖਤਮ ਕਰਕੇ ਆਪਣੇ ਪੰਥ ਨੂੰ ਪ੍ਰਤਾਪ ਦੇ ਦਿੱਤਾ ਹੈ। ਇਹ ਤੁਮ ਕਹੋ ਭਲੀ ਕੈ ਬੁਰੀ। ਦੱਸੋ ਤੁਹਾਡੀ ਕੌਲ ਜੀ ਇਹ ਭਲਾ ਕਿਹਾ ਤੇ ਬੁਰਾ ਕਿਹਾ, ਦੱਸੋ ਹੁਣ ਤੁਸੀਂ ਆਪ ਨਿਰਣਾ ਕਰੋ। ਸੁਨਤ ਕੋਲ ਤਵ ਤੂਸ਼ਨ ਤਰੀ। ਸੁਣ ਕੇ ਤੁਹਾਡੀ ਕੌਲ ਚੁੱਪ ਕਰ ਗਿਆ। ਪਰ ਪੂਰਬ ਸਭ ਹਿਰਦੇ ਵਿਚਾਰੇ। ਔਰ ਆਪਣੇ ਹਿਰਦੇ ਚ ਵਿਚਾਰ ਕੀਤੀ। ਇਨੋ ਯਥਾਰਥ ਬਾਕੀ ਉਚਾਰੇ। ਕਲਗੀਧਰ ਜੀ ਨੇ ਜੋ ਕਿਹਾ ਯਥਾਰਥ ਕਿਹਾ। ਪਰ ਉਪਕਾਰ ਹੇਤ ਕ੍ਰਿਤੇ ਐਸੇ। ਪਰ ਉਪਕਾਰ ਕਰਨ ਲਈ ਐਸੀ ਕ੍ਰਿਤ। ਕੌਣ ਸਹੇ ਸੰਕਟਿਮ ਕੈਸੇ। ਸਤਿਗੁਰੂ ਜੀ ਨੇ ਇਹੋ ਜਿਹਾ ਪਰਉਪਕਾਰ ਕੀਤਾ, ਐਡਾ ਵੱਡਾ ਸੰਕਟ ਜਿਹੜਾ ਇਹਨਾਂ ਨੇ ਚੱਲਿਆ, ਇਹਨਾਂ ਤੋਂ ਬਿਨਾਂ ਕਿਹਨੇ ਚੱਲਣਾ ਸੀ। ਸਭ ਸੁਤ ਹਤਨ ਸਮਾਜ ਲੁਟਾਵਨ। ਆਪਣੇ ਚਾਰੇ ਪੁੱਤਰ ਸ਼ਹੀਦ ਕਰਵਾ ਲਏ, ਸਾਰਾ ਕੁਝ ਹੀ ਕੁਰਬਾਨ ਕਰ ਦਿੱਤਾ। ਕੌਣ ਕਰੇ ਇਹ ਤੋਂ ਦੁੱਖ ਪਾਵਨ। ਐਡਾ ਵੱਡਾ ਦੁੱਖ ਕੌਣ ਜਿਹੜਾ ਬਰਦਾਸ਼ਤ ਕਰ ਸਕਦਾ ਸੀ ਕਲਗੀਧਰ ਤੋਂ ਬਿਨਾਂ। ਇਹ ਬਰ ਵੀਰ ਧੀਰ ਵੱਡ ਤਾਰੀ। ਵੱਡੇ ਵੀਰ ਯੋਧੇ ਨੇ ਧੀਰਜ ਨੂੰ ਧਾਰਨ ਕਰਨ ਵਾਲੇ। ਇਹ ਸਰਬੰਸ ਪ੍ਰੀਤ ਨੇ ਹਾਰੀ। ਇਹਨਾਂ ਨੇ ਆਪਣੀ ਪ੍ਰੀਤ ਨਹੀਂ ਗਵਾਈ ਔਰ ਸਾਰਾ ਸਰਬੰਸ ਦੇ ਦਿੱਤਾ। ਤੁਰਕ ਤੋਮ ਕੀ ਜਰਾਂ ਉਖਾਰੀ। ਤੁਰਕਾਂ ਦੇ ਰਾਜ ਦੀਆਂ ਜੜ੍ਹਾਂ ਪੁੱਟੀਆਂ ਹਨ। ਜਿਨ ਪਤਸ਼ਾਤ ਜਗਤ ਸੰਭਾਰੀ। ਸਾਰੇ ਜਗਤ ਦੀ ਪਾਤਸ਼ਾਹੀ ਸੰਭਾਲੀ ਬੈਠੇ ਨੇ। ਇਨ ਕੀ ਕ੍ਰਿਤ ਸੋ ਇਨਹੂ ਬਨੇ। ਜਿਹੜੀ ਕ੍ਰਿਤ ਗੁਰੂ ਕਲਗੀਧਰ ਨੇ ਕੀਤੀ ਆ ਉਹ ਇਹਨਾਂ ਨੂੰ ਹੀ ਬਣ ਆਉਂਦੀ, ਇਹਨਾਂ ਤੋਂ ਬਿਨਾਂ ਹੋਰ ਕੋਈ ਨਹੀਂ ਕਰ ਸਕਦਾ। ਧਨ ਹੋਣ ਜਗ ਮੈਂ ਇਨ ਪਨੇ। ਧਨ ਹਨ, ਧਨ ਹਨ, ਧਨ ਹਨ। ਸੋਢੀ ਕੌਲ ਜੀ ਕਹਿੰਦੇ ਨਾ ਦਾ ਇਸ ਜਗਤ ਵਿੱਚ ਹੋਣਾ ਧਨ ਹੈ, ਧਨ ਹੈ, ਧਨ ਹੈ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸੋਭਾ ਪ੍ਰਗਟ ਹੈ। ਗਰੀਬ ਨਵਾਜ ਪਾਤਸ਼ਾਹ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖੇਮਾ। ਸਮੂਹ ਸੰਗਤਾਂ ਨੂੰ ਮਹਾਰਾਜ ਭਗਤ ਰਵਿਦਾਸ ਜੀ ਦੇ ਪਵਿੱਤਰ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਸਾਧ ਸੰਗਤ ਜੀ ਜੋ ਪਿਛਲੇ ਕਈ ਦਿਨਾਂ ਤੋਂ ਆਪ ਜੀ ਦੇ ਚਰਨਾਂ 'ਚ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ ਕਿ ਅੱਜ 27 ਤਰੀਕ ਹੈ,
ਕੜਾ ਪ੍ਰਸ਼ਾਦ ਦੀਆਂ ਦੇਗਾਂ ਵਰਤਣਗੀਆਂ। ਸਮੂਹ ਸੰਗਤ ਨੂੰ ਬੇਨਤੀ ਹੈ ਕਿ ਦੇਗ ਲੈ ਕੇ ਉਪਰੰਤ ਸਾਰੀ ਸੰਗਤ ਇਧਰ ਲੰਗਰ ਹਾਲ ਦੇ ਸਾਹਮਣੇ ਗੱਤਕੇ ਦਾ ਜਿਹੜਾ ਅਖਾੜਾ ਹੈ, ਸਟੇਜ ਹੈ, ਉਹ ਸਜ ਗਈ ਹੈ। ਆਪ ਜੀ ਕਿਰਪਾ ਕਰਕੇ ਉੱਥੇ ਹਾਜ਼ਰੀਆਂ ਭਰੋ, ਦਰਸ਼ਨ ਕਰੋ। ਜੋ ਗੱਤਕੇ ਦੇ ਜੌਹਰ ਨੇ, ਗੱਤਕਾ ਪ੍ਰਦਰਸ਼ਨੀ ਹੈ, ਉਹ ਸਿੰਘ ਬੱਚੇ ਆਉਣਗੇ, ਉਹਨਾਂ ਦੀ ਹੌਸਲਾ ਅਫਜ਼ਾਈ ਵੀ ਹੋਵੇਗੀ। ਆਪ ਸਾਰੀਆਂ ਸੰਗਤਾਂ ਹਾਜ਼ਰੀਆਂ ਭਰੋ। ਤਕਰੀਬਨ 9 ਵਜੇ ਤੱਕ ਇਹ ਸਮਾਗਮ ਚੱਲਣੇ ਨੇ। ਆਪ ਜੀ ਹਾਜ਼ਰੀਆਂ ਭਰ ਕੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਲੰਗਰ ਹਾਲ ਦੇ ਸਾਹਮਣੇ ਸਟੇਜ ਲੱਗੀ ਹੋਈ ਹੈ। ਸਾਰੀ ਸੰਗਤ ਦੇਗ ਲੈਣ ਤੋਂ ਉਪਰੰਤ ਉੱਥੇ ਹਾਜ਼ਰੀਆਂ ਭਰੋ, ਇਹ ਬੇਨਤੀ ਸਵੀਕਾਰ ਕਰਨੀ। 1 ਮਾਰਚ ਨੂੰ ਸਵੇਰੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਪਰਸੋਂ ਸਵੇਰੇ ਨਗਰ ਕੀਰਤਨ ਆਰੰਭ ਹੋਣਗੇ, ਜੋ ਪਟਿਆਲੇ ਜ਼ਿਲ੍ਹੇ ਦੇ ਮਹਾਰਾਜ 9ਵੇਂ ਪਾਤਸ਼ਾਹ ਦੇ ਇਤਿਹਾਸਕ ਸਥਾਨਾਂ ਤੇ ਯਾਤਰਾ ਕਰਦਿਆਂ ਹੋਇਆਂ 6 ਮਾਰਚ ਨੂੰ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿਖੇ ਸ਼ਾਮ ਨੂੰ ਸਮਾਪਤੀ ਹੋਵੇਗੀ। ਤਕਰੀਬਨ ਇਹਨਾਂ ਦਿਨਾਂ ਦੇ ਦੌਰਾਨ ਦਾਸ ਆਪ ਜੀ ਤੋਂ 5-6 ਦਿਨਾਂ ਦੀ ਛੁੱਟੀ ਵੀ ਲੈਂਦਾ ਹੈ, ਕਿਉਂਕਿ ਨਗਰ ਕੀਰਤਨ ਵਿੱਚ ਦਾਸ ਦਾ ਵੀ ਜਾਣ ਦਾ ਫੁਰਨਾ ਹੈ। ਉਹਨੇ ਦਿਨ ਪਿੱਛੋਂ ਸਿੰਘ ਆਪ ਜੀ ਨੂੰ ਕਥਾ ਦੀ ਸੇਵਾ ਨਿਭਾ ਕੇ ਕਥਾ ਸਰਵਣ ਕਰਾਉਣਗੇ। ਜਿਹੜੀਆਂ ਸੰਗਤਾਂ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਨਾ ਚਾਹੁੰਦੀਆਂ ਜ਼ਰੂਰ ਕਰੋ। ਸੰਗਤ ਨੂੰ ਜਿਹੜਿਆਂ ਕੋ ਆਪਣੇ ਵਾਹਨ ਨੇ ਉਹ ਆਪਣੇ ਵਾਹਨਾਂ ਨਾਲ ਚੱਲਣ, ਜਿਨ੍ਹਾਂ ਕੋਲ ਵਾਹਨ ਨਹੀਂ ਵੀ ਹਨ ਉਹਨਾਂ ਵਾਸਤੇ ਸੰਗਤ ਨੂੰ ਲਿਜਾਣ ਦਾ ਸਵੇਰੇ ਇੱਥੋਂ 7 ਵਜੇ ਤਕਰੀਬਨ ਸੰਗਤ ਨੂੰ ਲਿਜਾਇਆ ਜਾਏਗਾ ਔਰ ਸ਼ਾਮ ਨੂੰ ਜਿੱਥੇ ਨਗਰ ਕੀਰਤਨ ਦਾ ਵਿਸ਼ਰਾਮ ਹੋਇਆ ਕਰੇਗਾ ਉੱਥੋਂ ਵਾਪਸ ਪਟਿਆਲੇ ਲਿਆਇਆ ਕਰਨਗੇ। ਤੇ ਅਗਲੇ ਦਿਨ ਸਵੇਰੇ ਫਿਰ ਜਿਵੇਂ 2 ਤਰੀਕ ਨੂੰ ਫਿਰ ਸੰਗਤ ਨੂੰ ਲਿਜਾਣ ਦਾ ਤੇ ਪਟਿਆਲੇ ਦੁੱਖ ਨਿਵਾਰਨ ਸਾਹਿਬ ਛੱਡਣ ਦਾ ਇਹ ਵੀ ਪ੍ਰਬੰਧ ਜਿਹੜਾ ਉਹ 6 ਦਿਨਾਂ ਦੇ ਦੌਰਾਨ ਸੰਗਤ ਦਾ ਕੀਤਾ ਜਾਵੇਗਾ। ਜਿਨ੍ਹਾਂ ਕੋਲ ਆਪਣੇ ਵਾਹਨ ਨੇ ਉਹ ਆਪਣੇ ਵਾਹਨ ਲੈ ਕੇ ਨਾਲ ਹਾਜ਼ਰੀਆਂ ਭਰਨ। ਇਹ ਬੇਨਤੀ ਆਪ ਜੀ ਨੇ ਸਵੀਕਾਰ ਕਰਨੀ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਪੁਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਸੰਗੀ ਹੈ ਨਿਰੰਕਾਰ ਨਿਰਗੁਣ ਸਭ ਟੇਕ ਗੋਬਿੰਦ ਹੈ ਗੁਣ ਨਿਧਾਨ ਜਾਂ ਕੇ ਸਦਾ ਬਬੇਕ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ ਸੰਤਹ ਕੈ ਸਦਾ ਸੰਗ ਨਿਧਾਰਾ ਆਧਾਰ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਹਾਰ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।